ਸਤਨਾਮ ਵਾਹਿਗੁਰੂ ਜੀਓ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਹਰ ਕੇ ਜਨ ਸਤ ਗੁਰ ਸਤ ਪੁਰਖਾ, ਬਿਨੁ ਕਰੂੰ ਗੁਰ ਪਾਸ। ਹਮ ਕੀਰੇ ਕਿਰਮ ਸਤ ਗੁਰ ਸ਼ਰਨਾਹੀ, ਕਰ ਦਇਆ ਨਾਮ ਪਰਗਾਸ। ਪਰਮ ਸਤਿਕਾਰਯੋਗ ਸਤਿਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ। ਰਲ ਮਿਲ ਕੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰੋਂ ਸਾਜੇ ਨਿਵਾਜੇ ਸਤਿਪੁਰਸ਼, ਮਹਾਨ ਪੁਰਖ ਜਿਨ੍ਹਾਂ ਨੇ ਜ਼ਿੰਦਗੀ ਅੰਦਰ ਗੁਰਸਿੱਖੀ ਦੀ ਘਾਲ ਕਮਾਈ ਕੀਤੀ, ਘਾਲ ਕਮਾਈਆਂ ਕਰਕੇ ਸਤਿਗੁਰੂ ਦੇ ਘਰ ਪ੍ਰਵਾਨ ਜਿਹੜੇ ਚੜ੍ਹੇ, ਉਹਨਾਂ ਦੀਆਂ ਗਾਥਾਵਾਂ, ਉਹਨਾਂ ਦੇ ਪਾਵਨ ਪਵਿੱਤਰ ਜੀਵਨ, ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਉਦਮ ਕੀਤਾ ਹੈ। ਅੱਜ ਆਪਾਂ ਦਰਸ਼ਨ ਕਰਾਂਗੇ ਇੱਕ ਮਹਾਨ ਪਵਿੱਤਰ ਆਤਮਾ ਸਤਿਕਾਰਯੋਗ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ, ਜਿਨ੍ਹਾਂ ਨੂੰ ਪਿਆਰ ਨਾਲ ਖਜੂਰ ਸਾਹਿਬ ਵਾਲੇ ਵੀ ਕਿਹਾ ਜਾਂਦਾ ਹੈ ਅਤੇ ਲੰਗਰ ਸਾਹਿਬ ਵਾਲੇ ਵੀ ਕਿਹਾ ਜਾਂਦਾ ਹੈ। ਸਤਿਕਾਰਯੋਗ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ, ਉਹਨਾਂ ਦਾ ਜੀਵਨ ਕਾਲ ਦਾ ਸਮਾਂ ਜੋ ਹੈ ਉਹ 1882 ਤੋਂ ਲੈ ਕੇ 1947 ਤੱਕ ਦਾ ਹੈ। ਸਮਾਂ ਪਹਿਲਾਂ ਤਾਂ ਆਪਾਂ ਸਾਂਝਾ ਕਰ ਲਈਦਾ, ਸਾਡੇ ਸਾਹਮਣੇ ਤਸਵੀਰ ਹੋਵੇ, ਕਿਹੜੇ ਵਕਤ ਦੀ ਗੱਲ ਹੋ ਰਹੀ, ਉਦੋਂ ਕਿਹੋ ਜਿਹੇ ਹਾਲਾਤ ਹੋਣਗੇ। ਨਿਰੰਕਾਰ ਦੀ ਕਿਰਪਾ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਨਡਾਲੋਂ ਪਿੰਡ ਹੈ, ਜਿੱਥੇ ਸਰਦਾਰ ਉੱਤਮ ਸਿੰਘ ਮਾਤਾ ਗੁਲਾਬ ਕੌਰ ਦੇ ਘਰ ਸਤਿਕਾਰਯੋਗ ਬਾਬਾ ਨਿਧਾਨ ਸਿੰਘ ਸਾਹਿਬ ਜੀ ਦਾ ਜਨਮ ਹੁੰਦਾ ਹੈ। ਰੱਬ ਦੀ ਕਰਨੀ ਇਸੇ ਹੀ ਨਗਰ ਵਿੱਚ ਇੱਕ ਮਹਾਂਪੁਰਖ ਹੋਰ ਜਿਹੜੇ ਸੰਗਤਾਂ ਨੂੰ ਸਤਿਗੁਰੂ ਨਾਲ ਜੋੜ ਰਹੇ ਸਨ, ਉਹ ਵੀ ਇਸੇ ਹੀ ਨਗਰ ਵਿੱਚ ਸਨ। ਉਹਨਾਂ ਦਾ ਨਾਮ ਸੀ ਸੰਤ ਬਾਬਾ ਦੀਵਾਨ ਸਿੰਘ ਜੀ। ਉਹਨਾਂ ਦਾ ਇੱਕ ਆਪਣਾ ਹੀ ਵੱਖਰਾ ਨਿਰਾਲਾ ਢੰਗ ਸੀ ਜੁੜਨ ਦਾ ਅਤੇ ਜੋੜਨ ਦਾ। ਇਹ ਕੁਝ ਇਹੋ ਜਿਹੀ ਰੀਤ ਅਤੇ ਰੂਹਾਨੀਅਤ ਦੀ, ਜਿਵੇਂ ਫੁੱਲ ਕਿਸੇ ਨੂੰ ਬੋਲ ਕੇ ਤਾਂ ਨਹੀਂ ਨਾ ਕਹਿੰਦਾ ਵੀ ਆਓ ਮੇਰੀ ਖੁਸ਼ਬੂ ਲੈ ਲਵੋ, ਨਾ ਕਦੇ ਉਹ ਕਹਿੰਦਾ ਵੀ ਮੇਰੀ ਸੁੰਦਰਤਾ ਵੱਲ ਵੇਖੋ ਮੈਂ ਕਿੱਡਾ ਸੋਹਣਾ ਵਾਂ। ਉਹਨਾਂ ਨਾਲ ਗੱਲਾਂ ਨਾਲ ਕੋਈ ਵਾਸਤਾ ਨਹੀਂ। ਉਹ ਖਿੜਦਾ ਆਪਣੇ ਮੂਲ ਨਾਲ ਜੁੜ ਕੇ ਸਮਾਂ ਆਉਂਦਾ ਹੈ ਅਤੇ ਉਹ ਫੁੱਲ ਜਦੋਂ ਟਾਹਣੀ ਨਾਲ ਲੱਗਦੇ ਅਤੇ ਖਿੜ ਜਾਂਦੇ। ਖਿੜੇ ਹੋਇਆਂ ਵਿੱਚ ਇੱਕ ਪਾਸੇ ਸੁੰਦਰਤਾ ਝਲਕਦੀ ਹੈ, ਦੂਜੇ ਪਾਸੇ ਖੁਸ਼ਬੂ ਝਲਕਦੀ ਹੈ।
ਜਦੋਂ ਕੋਈ ਅਕਾਲ ਪੁਰਖ ਨਾਲ ਜੁੜਦਾ ਹੈ ਤੇ ਉਹਦੇ ਕੋਲੋਂ ਵੀ ਦੋ ਹੀ ਚੀਜ਼ਾਂ ਹੁੰਦੀਆਂ ਨੇ। ਉਹਦਾ ਆਪਣਾ ਅੰਦਰ ਖਿੜਦਾ ਹੈ ਤੇ ਦੂਸਰਾ ਉਹਦੇ ਜੀਵਨ ਵਿੱਚੋਂ ਸ਼ੁਭ ਗੁਣਾਂ ਦੀ ਖੁਸ਼ਬੂ ਤੇ ਸੁਗੰਧੀ ਚਾਰ ਚਫੇਰੇ ਆਉਂਦੀ। ਪਰ ਕਿਹਨਾਂ ਨੂੰ? ਜਿਹੜਾ ਫੁੱਲ ਦੇ ਕੋਲ ਆ ਗਿਆ, ਭਾਵੇਂ ਇੱਕ ਬੰਦਾ ਆ ਜਾਏ, ਲੱਖ ਬੰਦਾ ਲੰਘ ਜਾਵੇ, ਫੁੱਲ ਨੂੰ ਕੋਈ ਘਾਟਾ ਨਹੀਂ, ਉਹਨੇ ਬਰਾਬਰ ਹੀ ਖਿੜੇ ਰਹਿਣਾ ਹੈ ਤੇ ਖੁਸ਼ਬੂ ਵੰਡੀ ਜਾਣੀ। ਬਿਲਕੁਲ ਇਸੇ ਤਰ੍ਹਾਂ ਜਦੋਂ ਕੋਈ ਅੰਦਰ ਬੈਠੇ ਸਾਈਂ ਦੇ ਚਰਨਾਂ ਨਾਲ ਜੁੜਦਾ ਹੈ ਨਾ, ਉਹਦਾ ਖੇੜਾ ਵੀ ਹੈ ਤੇ ਉਹ ਜਿੱਧਰ ਵੀ ਜਾਂਦਾ ਦੂਸਰਿਆਂ ਨੂੰ ਖੇੜੇ ਬਖਸ਼ਦੇ ਤੁਰਿਆ ਜਾਂਦਾ ਹੈ। ਉਹ ਸ਼ੁਭ ਗੁਣਾਂ ਦੀ ਸੁਗੰਧੀ ਉਹਦੇ ਕੋਲੋਂ ਸਹਿਜ ਸੁਭਾਅ ਹੀ ਮਿਲਦੀ ਹੈ, ਉਹਨੂੰ ਕੋਈ ਚੇਚਾ ਯਤਨ ਨਹੀਂ ਕਰਨਾ ਪੈਂਦਾ। ਸੰਤ ਬਾਬਾ ਦੀਵਾਨ ਸਿੰਘ ਸਾਹਿਬ ਜੀ ਹਮੇਸ਼ਾ ਨਾਮ ਤੇ ਬਾਣੀ ਦੀ ਮਸਤੀ ਚੜ੍ਹਾਈ ਰੱਖਦੇ ਸਨ। ਨਸ਼ੇ ਵਿੱਚ ਰਹਿਣਾ, ਪੂਰਾ ਆਨੰਦ, ਤੇ ਆਨੰਦ ਵਿੱਚ ਆ ਕੇ ਨਾ ਉਹਨਾਂ ਨੇ ਗੁਰਬਾਣੀ ਗਾਇਆ ਕਰਦੇ ਸਨ। ਇਹ ਸਾਡੇ ਪੁਰਾਣੇ ਬਜ਼ੁਰਗਾਂ ਦਾ ਆਮ ਰਿਵਾਜ ਸੀ। ਅੰਮ੍ਰਿਤ ਵੇਲੇ ਉੱਠਣਾ ਤੇ ਗਲੀਆਂ ਵਿੱਚ, ਪਿੰਡਾਂ ਦੀਆਂ ਗਲੀਆਂ ਵਿੱਚ, ਬਾਜ਼ਾਰਾਂ ਵਿੱਚ ਉੱਚੀ ਉੱਚੀ ਬਾਣੀ ਪੜ੍ਹਦੇ ਤੇ ਤੁਰੇ ਜਾਣਾ। ਇੱਕ ਤੇ ਅੰਮ੍ਰਿਤ ਵੇਲਾ ਹੁੰਦਾ ਸੀ, ਦੂਸਰਾ ਜਿਹੜਾ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹ ਰਿਹਾ ਅਕਾਲ ਪੁਰਖ ਦੇ ਘਰੋਂ ਆਈ ਬਾਣੀ, ਤੀਸਰਾ ਅੰਦਰ ਪਿਆਰ ਹੋਣ ਕਾਰਨ ਉਹ ਸਹਿਜ ਸੁਭਾਅ ਜਿਨ੍ਹਾਂ ਘਰਾਂ 'ਚ ਆਵਾਜ਼ਾਂ ਜਾਂਦੀ ਸੀ ਨਾ, ਭਾਵੇਂ ਉਦੋਂ ਕਿਸੇ 'ਤੇ ਅਸਰ ਹੋਵੇ ਨਾ ਹੋਵੇ, ਪਰ ਉਹ ਬੋਲ ਜ਼ਿੰਦਗੀ ਭਰ ਬੱਚਿਆਂ ਨੂੰ ਭੁੱਲਦੇ ਨਹੀਂ ਸਨ। ਬਾਣੀ ਪੜ੍ਹਦੇ ਜਾਣਾ, ਪੜ੍ਹਨੀ ਆਪਣੇ ਲਈ ਏ, ਦੂਸਰਿਆਂ ਦਾ ਸਹਿਜ ਸੁਭਾਅ ਹੀ ਕੀ ਭਲਾ ਹੋਈ ਜਾਂਦਾ ਹੈ। ਪਿਆਰਿਓ, ਇੱਕ ਹੁੰਦਾ ਖੁਦ ਗਾਉਣਾ, ਇੱਕ ਹੁੰਦਾ ਟੇਪ ਲਾ ਦੇ ਦੇਣੀ। ਜਿਵੇਂ ਹੁਣ ਮੀਡੀਆ ਚੱਲ ਪਿਆ, ਗੁਰੂ ਘਰਾਂ ਵਿੱਚ ਸਪੀਕਰ ਲੱਗੇ ਹਨ, ਟੇਪ ਵਿੱਚ ਹੀ ਨਿਤਨੇਮ ਭਰਿਆ, ਸੀੜੀਆਂ ਦੇ ਰਾਹੀਂ ਆਸਾ ਦੀ ਵਾਰ ਲੱਗ ਗਈ, ਉਹ ਗਾਣੀ ਹੋ ਰਹੀ, ਕਿਸੇ ਦੇ ਅੰਦਰੋਂ ਨਿਕਲਣੀ ਉਹ ਚੀਜ਼ ਹੋ ਰਹੀ। ਪਿਆਰਿਓ, ਪਰ ਇਸ ਤਰ੍ਹਾਂ ਮਸ਼ੀਨ ਦੀ ਵਰਤੋਂ ਕਰਨੀ, ਸੁਣਨ ਵਾਲੇ ਵੀ ਪਤਾ ਵੀ ਟੇਪ ਲੱਗੀ ਆਪੇ ਬੰਦ ਹੋ ਜਾਏਗੀ। ਦਿਲੋਂ ਕੋਈ ਗਾਵੇ ਤੇ ਦੂਸਰੇ ਦੇ ਦਿਲ ਨੂੰ ਟੁੰਬਦਾ ਹੈ। ਸੰਤ ਬਾਬਾ ਦੀਵਾਨ ਸਿੰਘ ਜੀ ਇਸੇ ਤਰ੍ਹਾਂ ਨੇ ਨਾ ਗਾਈ ਜਾਣਾ, ਪਿੰਡ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਗਾਉਂਦੇ ਇੰਨਾ ਪਿਆਰ ਨਾਲ ਸਨ ਭਈ ਸਾਰ ਚਫੇਰੇ ਪਿੰਡ ਵਾਲਿਆਂ ਦਾ ਭਲਾ ਹੋਣਾ, ਜਿਹਨੇ ਸੁਣਨਾ ਉਹਦੇ ਵੀ ਅੰਦਰ ਮਹਾਰਾਜ ਨੂੰ ਪਿਆਰ ਕਰਨ ਦੀ ਚਿੰਗ ਲੱਗ ਜਾਣੀ। ਬਾਬਾ ਨਿਧਾਨ ਸਿੰਘ ਸਾਹਿਬ ਜੀ ਨੂੰ ਸੰਗਤ ਮਿਲੀ, ਬੜੇ ਰੰਗ ਲੱਗੇ, ਬੜਾ ਮਹਾਰਾਜ ਨਾਲ ਪਿਆਰ ਪੈ ਗਿਆ। ਪਰ ਇੱਕ ਸ਼ਬਦ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੇ ਅੰਦਰ ਵਸ ਗਿਆ। ਸਾਰੀ ਗੁਰੂ ਪਾਤਸ਼ਾਹ ਦੀ ਬਾਣੀ ਧੁਰੋਂ ਆਈ ਏ ਦਰਗਾਹ 'ਚੋਂ, ਕਿਸੇ ਗੁਰਬਾਣੀ ਦਾ ਮਹਾਤਮ ਵੱਧ ਨਹੀਂ ਘੱਟ ਨਹੀਂ, ਪੂਰੇ ਦੀ ਪੂਰਾ ਪਰਮੇਸ਼ਰ ਵਰਤ ਰਿਹਾ। ਪਰ ਇਹ ਹੁੰਦਾ ਵੀ ਮਹਾਰਾਜ ਨੇ ਕਿਹੜੇ ਸ਼ਬਦ ਰਾਹੀਂ ਕਿਸੇ ਨੂੰ ਤੀਰ ਬਣਾ ਕੇ ਉਸ ਬਾਣੀ ਦੀ ਤੁੱਕ ਦਾ ਮਾਰਨਾ ਹੁੰਦਾ ਹੈ। ਉਹੀ ਗੁਰਬਾਣੀ ਇੱਕ ਬੰਦੇ ਦਾ ਜੀਵਨ ਬੈਰਾਗਮੀ ਬਣਾ ਕੇ ਰੱਖ ਜਾਂਦੀ, ਦੂਸਰਾ ਰੋਜ਼ ਪੜ੍ਹਦਾ ਉਹਦੀ ਸਿਹਤ 'ਤੇ ਕੋਈ ਅਸਰ ਹੀ ਨਹੀਂ ਹੁੰਦਾ। ਇੱਕ ਨੂੰ ਇੰਝ ਲੱਗਦਾ ਵੀ ਇਹ ਬਚਨ ਮੈਨੂੰ ਇੱਕਦਮ ਨਵੇਂ ਰਾਹ 'ਤੇ ਤੋਰ ਗਏ, ਦੂਸਰੇ ਨੂੰ ਕੁਛ ਵੀ ਨਹੀਂ ਹੁੰਦਾ। ਇਹਦਾ ਮਤਲਬ ਸਤਿਗੁਰੂ ਜੀ ਮਿਹਰ ਕਰਦੇ ਹੋਣ, ਇੱਧਰ ਜਿਹਨੂੰ ਵੱਜਣੇ ਨੇ ਉਹਨਾਂ ਦੀ ਭਾਵਨਾ ਖੋਵੇ, ਅੰਦਰ ਕੋਮਲ ਖੋਵੇ, ਪੱਥਰ ਨਾ ਖੋਣ। ਬਾਬਾ ਨਿਧਾਨ ਸਿੰਘ ਸਾਹਿਬ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇੱਕ ਸ਼ਬਦ ਇਹਨਾਂ ਦੇ ਅੰਦਰ ਨੂੰ ਚੁੱਭ ਗਿਆ, ਪੜ੍ਹਿਆ ਕਰਦੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਆਣ ਮਿਲਾਵੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਹੀਂ, ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਹਰ ਹਰ ਨਾਮ ਧਿਆਈ ਰਹਾਉ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਪੀ ਤੁਝੈ ਧਿਆਈ,
ਜੇ ਭੁੱਖ ਦੇ ਤਾਂ ਹਿਤ ਹੀ ਰਾਜ, ਦੁੱਖ ਵਿੱਚ ਸੁਖ ਮਨਾਈ। ਮਹਾਰਾਜ ਜੀ ਦੇ ਬਚਨ ਗੁਰੂ ਰਾਮਦਾਸ ਪਿਤਾ ਦੇ ਅੰਦਰ ਧਸ ਗਏ। ਇਹ ਪੜ੍ਹਦੇ ਰਹਿਣਾ ਤੇ ਰੋਈ ਜਾਣਾ, ਪੜ੍ਹਦੇ ਜਾਣਾ ਤੇ ਬੈਰਾਗ ਕਰੀ ਜਾਣਾ। ਸੰਤ ਦੀਵਾਨ ਸਿੰਘ ਜੀ ਖੁਰਾਂ ਦੀ ਉਹਨਾਂ ਦੀ ਹੀ ਦ੍ਰਿਸ਼ਟੀ ਨਾਲ ਬੈਰਾਗ ਲੱਗਾ ਤੇ ਉਹਨਾਂ ਨੇ ਫਿਰ ਮਿਹਰ ਕਰਕੇ ਇਸ ਬੈਰਾਗ ਨੂੰ ਸਦਾ ਲਈ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਪਿਆਰ ਵਿੱਚ ਤਬਦੀਲ ਕੀਤਾ ਸੀ। ਰੰਗ ਲੱਗੇ ਪਿਆਰਿਓ, ਇੱਕ ਗੁਰਬਾਣੀ ਹੋਵੇ, ਦੂਸਰਾ ਮਹਾਰਾਜ ਨਾਲ ਜੁੜੇ ਹੋਏ ਕਿਸੇ ਬਖਸ਼ੇ ਦੀ ਸੰਗਤ ਮਿਲ ਜਾਏ, ਬਸ ਫਿਰ ਕੀ ਹੈ, ਫਿਰ ਇਹ ਜੀਵਨ ਕਿਸੇ ਹੋਰ ਰੰਗਾਂ ਵਿੱਚ ਰੰਗਿਆ ਜਾਣਾ ਸੁਭਾਵਕ ਹੈ। ਪਰ ਦੋ ਚੀਜ਼ਾਂ ਕਿਸੇ ਕਰਮਾਂ ਵਾਲਿਆਂ ਨੂੰ ਮਿਲਦੀਆਂ ਨੇ, ਹਰ ਕਿਸੇ ਦੇ ਭਾਗ ਵਿੱਚ ਨਹੀਂ। ਨਾ ਹਰ ਕਿਸੇ ਦੇ ਭਾਗ ਵਿੱਚ ਸਤਿਗੁਰੂ ਕੀ ਬਾਣੀ ਪੜ੍ਹਨੀ ਹੈ ਤੇ ਨਾ ਹਰ ਕਿਸੇ ਦੇ ਭਾਗ ਵਿੱਚ ਕਿਸੇ ਸਾਧੂ, ਕਿਸੇ ਪੂਰਨ ਗੁਰਸਿੱਖ ਦੀ ਸੰਗਤ ਹੀ ਹੈ। ਜਿਹਦੇ ਤੇ ਤਰੁੱਟ ਪਵੇ ਉਹਨੂੰ ਦੋ ਚੀਜ਼ਾਂ ਮਿਲਦੀਆਂ ਨੇ। ਬਾਬਾ ਨਿਧਾਨ ਸਿੰਘ ਜੀ ਨੇ ਬਚਪਨਾ ਪਿੰਡ ਵਿੱਚ ਗੁਜ਼ਾਰਿਆ ਹੈ, ਚੜ੍ਹਦੀ ਜਵਾਨੀ ਤੱਕ ਇਹ ਰੰਗ ਮਾਣੇ, ਫਿਰ ਫੌਜ ਵਿੱਚ ਭਰਤੀ ਹੋ ਗਏ। ਫੌਜ ਵਿੱਚ ਜਦੋਂ ਭਰਤੀ ਹੋਏ ਨੇ, ਉਹ ਜਿਹੜਾ ਅੰਦਰ ਸੀ ਨਾ ਪਿਆਰ ਮਹਾਰਾਜ ਨਾਲ, ਉਹ ਘਟਿਆ ਨਹੀਂ, ਸਗੋਂ ਦਿਨੋਂ ਦਿਨ ਵੱਧਦਾ ਤੁਰਿਆ ਜਾ ਰਿਹਾ। ਜਦੋਂ ਕਿਸੇ ਨੇ ਹਜ਼ੂਰ ਸਾਹਿਬ ਦਾ ਨਾਮ ਲੈਣਾ ਨਾ, ਤੇ ਬਾਬਾ ਜੀ ਖੁਰਾਂ ਨੇ ਇੱਕ ਵੱਖਰੀ ਤਰ੍ਹਾਂ ਦੀ ਖਿੱਚ ਪੈਣੀ, ਕਿਉਂਕਿ ਕਈ ਜਨਮਾਂ ਦੀ ਕਹਾਣੀ ਹੁੰਦੀ ਹੈ। ਕੀ ਪਤਾ ਉੱਥੇ ਕਿੰਨਾ ਚਿਰ ਕਿਹੜੇ ਕਿਹੜੇ ਜਨਮ 'ਚ ਰਹਿ ਕੇ ਆਏ ਸਨ। ਤੁਸੀਂ ਆਪ ਵੇਖੋਗੇ ਕਈ ਵਾਰ ਕਈਆਂ ਨੂੰ ਹਰਿਮੰਦਰ ਸਾਹਿਬ ਦਾ ਨਾਮ ਲੈਂਦਿਆਂ ਹੀ ਇੱਕਦਮ ਨੇਤਰ ਭਰ ਜਾਣਗੇ, ਅੰਦਰ ਕੋਈ ਖਾਸ ਕਿਸਮ ਦਾ ਰਸ ਤੇ ਵੈਰਾਗ ਆਏਗਾ। ਕਈਆਂ ਦੇ ਅੰਦਰ ਗੋਇੰਦਵਾਲ ਸਾਹਿਬ ਦਾ ਨਾਮ ਸੁਣ ਕੇ, ਕਈਆਂ ਨੂੰ ਇਸੇ ਤਰ੍ਹਾਂ ਹੀ ਛੇਵੀਂ ਪਾਤਸ਼ਾਹ ਨਾਲ ਸੰਬੰਧਿਤ ਕੋਈ ਸਥਾਨ ਖੋਣ, ਕਿਸੇ ਨੂੰ ਕੇਸਗੜ੍ਹ ਸਾਹਿਬ, ਕਿਸੇ ਨੂੰ ਦਮਦਮਾ ਸਾਹਿਬ, ਪਿਆਰਿਓ ਕਿਸੇ ਨੂੰ ਖਜੂਰ ਸਾਹਿਬ, ਪਟਨਾ ਸਾਹਿਬ। ਕਾਰਨ ਕੀ ਹੈ? ਜਿਹੜੇ ਸਤਿਗੁਰੂ ਸਾਹਿਬਾਨ ਨਾਲ ਉਸ ਆਤਮਾ ਨੇ ਕਿਧਰੇ ਸੰਗ ਮਾਣਿਆ ਹੁੰਦਾ ਹੈ, ਇਹ ਤਾਂ ਧੁਰੋਂ ਖਿੱਚ ਪੈਂਦੀ ਹੈ ਉੱਥੋਂ ਦੀ, ਤੇ ਬੰਦਾ ਉੱਧਰ ਤੁਰ ਪੈਂਦਾ ਹੈ। ਇੱਕੋ ਹੀ ਜੋਤ ਹੈ, ਉਸ ਜੋਤ ਦੇ ਜਿੱਥੋਂ ਮਰਜ਼ੀ ਕੋਈ ਦਰਸ਼ਨ ਕਰੇ ਭਲਾ ਤੇ ਉਹਨਾਂ ਹੀ ਖੋਣਾ। ਬਾਬਾ ਨਿਧਾਨ ਸਿੰਘ ਸਾਹਿਬ, ਇਹਨਾਂ ਨੂੰ ਬਹੁਤ ਖਿੱਚ ਪੈਣੀ। ਇੱਕ ਵਾਰੀ ਸਬੱਬ ਬਣ ਗਿਆ, ਕੁਝ ਸੰਗਤ ਇਕੱਠੀ ਹੋ ਕੇ ਕਹਿੰਦੇ ਜੀ ਅਸੀਂ ਹਜ਼ੂਰ ਸਾਹਿਬ ਦੀ ਯਾਤਰਾ ਨੂੰ ਚੱਲੇ ਹਾਂ। ਬਹੁਤ ਅੰਦਰ ਵੈਰਾਗ, ਸੰਗਤ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਚਰਨ ਛੋਹ ਧਰਤੀ 'ਤੇ ਚੱਲੀ, ਮੈਂ ਕਿਵੇਂ ਰਹਿ ਸਕਦਾ ਵਾਂ। ਇਹੋ ਜਿਹੀ ਧੂਪ ਹੋਈ, ਸੋਚਿਆ ਨਹੀਂ, ਫੈਸਲਾ ਕੀਤਾ, ਫੌਜ ਦੀ ਨੌਕਰੀ ਤੋਂ ਜਵਾਬ ਦਿੱਤਾ ਤੇ ਤੁਰ ਪਏ ਹਜ਼ੂਰ ਸਾਹਿਬ ਨੂੰ। ਚੇਤਾ ਰੱਖਣਾ, ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਸਾਹਿਬ, ਉਹ ਵੀ ਫੌਜ ਵਿੱਚੋਂ ਹੀ ਨੌਕਰੀ ਛੱਡ ਕੇ ਸਿੱਧਾ ਹਜ਼ੂਰ ਸਾਹਿਬ ਹੀ ਪਹਿਲਾਂ ਗਏ ਸੀ। ਬਾਬਾ ਨਿਧਾਨ ਸਿੰਘ ਜੀ ਵੀ ਚੱਲ ਪਏ। ਜਦੋਂ ਪੈਦਲ ਜਾਂਦੇ ਹਨ, ਲਗਾਤਾਰ ਇਹ ਸਫ਼ਰ ਕਰੀ ਜਾ ਰਹੇ ਹਨ, ਜਿਵੇਂ ਬਾਬਾ ਅਮਿਤ ਸਿੰਘ ਖੁਰੀ ਵੀ ਉਹ ਹਜ਼ੂਰ ਸਾਹਿਬ ਪੈਦਲ ਗਏ ਸੀ। ਇਸੇ ਤਰ੍ਹਾਂ ਬਾਬਾ ਨਿਧਾਨ ਸਿੰਘ ਸਾਹਿਬ ਜਦੋਂ ਗਏ, ਜਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਚਰਨ ਛੋਹ ਧਰਤੀ ਸੱਚਖੰਡ ਦੇ ਦਰਸ਼ਨ ਕੀਤੇ, ਇੱਕ ਵੱਖਰਾ ਹੀ ਸਰੂਰ ਤੇ ਆਨੰਦ ਚੜ੍ਹ ਗਿਆ। ਪਰ ਅੰਦਰ ਇੱਕੋ ਗੱਲ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਪਾ ਰਹੇ ਸਨ, ਸੰਗਤ ਦੀ ਸੇਵਾ ਕਰਨੀ ਹੈ। ਕਈਆਂ ਨੂੰ ਹੁੰਦਾ ਨਾ ਵੀ ਮੈਨੂੰ ਮਹਾਰਾਜ ਦੇ ਦਰਸ਼ਨ ਹੋਣ, ਉਹਨਾਂ ਦਾ ਨਿਸ਼ਾਨਾ ਇਹ ਹੁੰਦਾ ਹੈ। ਤੇ ਕਈਆਂ ਨੂੰ ਸਤਿਗੁਰ ਜੀ ਇਹ ਸੋਝੀ ਪਾਉਂਦੇ ਨੇ, ਪਿਆਰ ਦਿੰਦੇ, ਉਹਦੇ ਜੀਵਾਂ ਦੀ ਸੇਵਾ ਕਰਾਂਗੇ ਤੇ ਉਹਦੇ ਵਿੱਚ ਹੀ ਦਰਸ਼ਨ ਆਉਣਗੇ, ਉਹਨਾਂ ਦੀ ਸੇਵਾ ਮਿਲ ਜਾਏ। ਪਹਿਲਾਂ ਨਾ ਥੋੜ੍ਹੇ ਜਿਹੇ ਛੋਲੇ ਭੁੱਜੇ ਲੈਣੇ ਤੇ ਉਹ ਸੰਗਤਾਂ ਨੂੰ ਛਕਾਣੇ, ਫਿਰ ਗੋਦਾਵਰੀ 'ਚੋਂ ਪਾਣੀ ਲਿਆ ਕੇ ਉਹਦੇ ਨਾਲ ਜਿੰਨੀ ਜਲ ਦੀ ਲੋੜ ਖੋਣੀ ਸੰਗਤਾਂ ਨੂੰ ਛਕਾਣਾ। ਰਸਤੇ 'ਚ ਜਿੱਥੇ ਜਿੱਥੇ ਲੋੜ ਪੈਣੀ ਜੀਵਾਂ ਨੂੰ, ਕਈ ਵਾਰਾਂ ਕਿਉਂਕਿ ਇਹਨਾਂ ਨੇ ਇੱਕ ਨਾ 1.5 ਕੁ ਦੀ ਗਾਗਰ ਸੀ, ਉਦੋਂ ਗਾਗਰਾਂ ਹੁੰਦੀਆਂ ਸੀ, ਇੱਕ ਦਿਹਾੜੀ ਵਿੱਚ 100 ਤੋਂ 150 ਗਾਗਰ ਵੀ ਪਾਣੀ ਦੀ ਰੋਜ਼ ਲਿਆ ਕੇ ਜਿੱਥੇ ਵੀ ਲੋੜ ਹੁੰਦੀ ਸੰਗਤਾਂ ਨੂੰ, ਜਾਂ ਕਿਧਰੇ ਰਸਤੇ ਵਿੱਚ ਲੁਕ ਲੁਕਾਈ ਨੂੰ, ਜਾਂ ਗੁਰੂ ਘਰ ਪਾਣੀ ਢੋਈ ਜਾਣਾ ਤੇ ਸੇਵਾ ਕਰੀ ਜਾਣੀ।
ਸਾਰੇ ਸ਼ਹਿਰ ਵਿੱਚ ਬਹੁਤ ਹੀ ਇਹਨਾਂ ਲਈ ਪਿਆਰ ਤੇ ਸਤਿਕਾਰ ਬਣ ਗਿਆ, ਕਿਉਂਕਿ ਇੱਕ ਨੌਜਵਾਨ ਨੇ, ਦੂਸਰੀ ਮੰਗ ਕੋਈ ਨਹੀਂ, ਤੀਸਰਾ ਦਿਨੇ ਰਾਤ ਕਿਸੇ ਨੂੰ ਕੋਈ ਮੁਸ਼ਕਲ ਆਵੇ, ਸੇਵਾ ਵਿੱਚ ਆਪ ਖਲੋਤੇ ਨੇ, ਅੱਤ ਦੀ ਗਰੀਬੀ ਤੇ ਨਿਮਰਤਾ ਹੈ। ਜਦੋਂ ਇਹ ਮਹਿਮਾ 4 ਚਫੇਰੇ ਵੱਧ ਗਈ, ਹਰ ਕਿਸੇ ਦਾ ਜੀ ਚਾਹੁੰਦਾ ਸੀ ਵੀ ਇਸ ਬੱਚੇ ਨੂੰ ਵੇਖੀਏ, ਪਰ ਕੁਦਰਤ ਦਾ ਇੱਕ ਨਿਯਮ ਹੈ, ਦਿਨ ਨਾਲ ਰਾਤ ਜੁੜੀ ਹੋਈ ਏ। ਪੂਰਨਮਾਸ਼ੀ ਦੇ ਚਾਨਣ ਨਾਲ ਮੱਸਿਆ ਦਾ ਹਨੇਰਾ ਵੀ ਨਾਲ ਹੀ ਜੁੜਿਆ ਹੋਇਆ ਏ। ਪਿਆਰੇ, ਉਸ ਗੁਲਾਬ ਦਾ ਫੁੱਲ ਕੋਮਲ, ਪਰ ਕੰਡੇ ਵੀ ਨਾਲ ਹੀ ਨੇ। ਰੱਬ ਦਾ ਇੱਕ ਨੇਮ ਹੈ, ਜਿੱਥੇ ਪਿਆਰ ਤੇ ਸਤਿਕਾਰ ਤੇ ਮਹਿਮਾ ਉਹਨਾਂ ਨੇ ਕਰਾਈ, ਉੱਥੇ ਨਾਲ ਨਾਲ ਈਰਖਾ ਤੇ ਵਿਰੋਧ ਵੀ ਸ਼ੁਰੂ ਹੋ ਗਿਆ। ਇਹ ਕੋਈ ਮਤ ਸੋਚੇ ਭਈ ਵਾਹਿਗੁਰੂ ਜੀ ਦੇ ਰਾਹ ਤੇ ਤੁਰਾਂਗੇ ਤੇ ਸਾਰੇ ਕੱਲੀ ਸਾਡੀ ਸ਼ੋਭਾ ਹੀ ਕਰਨਗੇ, ਨਹੀਂ। ਉਹਦੇ ਘਰ ਸਭੋ ਕੁਛ, ਉਹਨੇ ਸਭੋ ਕੁਛ ਦੇਣਾ ਹੈ। ਦੁੱਖ ਵੀ ਏ, ਸੁੱਖ ਵੀ ਏ, ਮਹਿਮਾ ਵੀ ਏ, ਵਿਰੋਧ ਵੀ ਏ। ਉਹ ਕਿਉਂ ਦਿੰਦਾ ਹੈ? ਇਹਨਾਂ ਚੀਜ਼ਾਂ 'ਚੋਂ ਕਿਉਂ ਲੰਘਾਉਂਦਾ ਹੈ? ਸਾਡੇ ਅੰਦਰ ਨੂੰ ਹੋਰ ਮਹਾਰਾਜ ਆਪਣੇ ਨੇੜੇ ਕਰਨਾ ਚਾਹੁੰਦੇ ਨੇ, ਪੱਕਾ ਕਰਨਾ ਚਾਹੁੰਦੇ ਨੇ। ਇਹ ਸਾਰਾ ਕੁਝ ਦੇ ਵਿੱਚੋਂ ਲੰਘਾ ਕੇ ਫਿਰ ਜਿਹੜੀ ਖੋਮੇ ਮਰਦੀ ਏ, ਉਹਨੂੰ ਹੀ ਰੰਗ ਲੱਗਦੇ ਬਾਅਦ ਵਿੱਚ ਆਤਮਾ ਨੂੰ। ਵਿਰੋਧ ਵੀ ਖੋਇਆ, ਕਈਆਂ ਨੇ ਕਹਿਣਾ ਰਾਤ ਸੌਣ ਵੀ ਨਹੀਂ ਦਿੰਦਾ, ਤੁਰਿਆ ਫਿਰਦਾ। ਉਧਰ ਪੁਜਾਰੀ ਜਮਾਤ ਨੂੰ ਬਹੁਤ ਦੁੱਖ ਲੱਗਾ, ਸਾਡਾ ਅਦਬ ਸਤਿਕਾਰ ਮੁੱਕ ਜਾਏਗਾ। ਇਸ ਨੌਜਵਾਨ ਨੂੰ ਹਰ ਕੋਈ ਪੁੱਛਦੇ ਨੇ ਹੌਲੀ ਹੌਲੀ, ਇਹ ਨਾ ਹੋਵੇ ਵੀ ਇਹਨਾਂ ਨੂੰ ਸਭੋ ਕੁਝ ਸਮਝਣ ਤੇ ਸਾਨੂੰ ਕੋਈ ਸਾਡੀ ਬਾਤ ਨਾ ਪੁੱਛੇ। ਉਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਆਪਾਂ ਵੇਖਦੇ ਨੇ ਸ਼ੁਰੂ ਤੋਂ ਲੈ ਕੇ ਪ੍ਰਹਿਲਾਦ ਰੱਬ ਦੀ ਬੰਦਗੀ ਕਰਦਾ ਹੈ ਤੇ ਪਰ ਪਿਓ ਹਰਨਾਕਸ਼ ਅੱਡੀ ਚੋਟੀ ਦਾ ਜ਼ੋਰ ਲਾ ਕੇ ਉਹਦਾ ਵਿਰੋਧ ਕਰ ਰਿਹਾ। ਭਗਤ ਨਾਮਦੇਵ ਬੰਦਗੀ ਕਰਦੇ ਹਨ, ਈਰਖਾ ਵਸ ਬ੍ਰਾਹਮਣ ਜਿਹੜੇ ਹਨ ਉੱਚ ਜਾਤੀ ਦੇ, ਉਹ ਆਏ ਦਿਨ ਕੋਈ ਨਾ ਕੋਈ ਵਿਰੋਧ ਲੈ ਕੇ ਬੈਠੇ ਨੇ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਬੰਦਗੀ ਕੀਤੀ। ਕਿੰਨੀ ਈਰਖਾ, ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਕਦੇ ਗੰਗਾ ਦੇ ਪਾਣੀ ਵਿੱਚ ਸੁੱਟਦੇ ਨੇ। ਨਿਰੰਕਾਰ ਗੰਗਾ ਦੇ ਪਾਣੀ ਨੂੰ ਮਿਰਗਸ਼ਾਲਾ ਬਣਾ ਦਿੰਦੇ ਨੇ। ਹੱਥ ਪੈਰ ਬੰਨ੍ਹ ਕੇ ਹਾਥੀ ਸਾਹਮਣੇ ਸੁੱਟਦੇ ਨੇ ਵੀ ਹਾਥੀ ਪੈਰਾਂ ਥੱਲੇ ਲਤਾੜ ਕੇ ਖਤਮ ਕਰੇਗਾ। ਹਾਥੀ ਉਲਟਾ ਨਮਸਕਾਰ ਕਰਨ ਲੱਗ ਪੈਂਦਾ ਹੈ। ਭਗਤ ਨਾਮਦੇਵ ਜੀ ਨੂੰ ਧੱਕੇ ਪੈਂਦੇ ਹਨ ਬਹੁਤ ਹੈ। ਮੰਦਿਰ 'ਚ ਜਾਂਦੇ ਨੇ, ਉੱਥੇ ਰਲ ਕੇ ਕੀਰਤਨ ਖੋ ਰਿਹਾ ਮਹਾਰਾਜ ਦੀ ਕੀਰਤੀ, ਇਹ ਵੀ ਛਾਣੇ ਪਕੜ ਕੇ ਕਰਨ ਲੱਗ ਪਏ। ਬਹੁਤ ਬ੍ਰਾਹਮਣਾਂ ਨੇ ਬੁਰਾ ਮਨਾਇਆ, ਤੂੰ ਸ਼ੂਦਰ ਹੋ ਕੇ ਮੰਦਿਰ 'ਚ ਆ ਗਏ। ਗੱਲ ਤੇ ਇਸ ਲਈ ਇਹ ਸੀ ਵੀ ਨਾਮੇ ਦੀ ਮਹਿਮਾ ਦਿਨੋਂ ਦਿਨ ਖੋ ਰਹੀ ਹੈ ਤੇ ਇਹ ਸਾਡੇ ਨਾਲ ਆ ਕੇ ਬਹਿ ਗਏ, ਫਿਰ ਸਾਨੂੰ ਕਿਹਨੇ ਪੁੱਛਣਾ? ਕਿਉਂਕਿ ਕਮਾਈ ਵਾਲੇ ਦੇ ਮਗਰ ਸੰਸਾਰ ਇਹ ਲੱਗਣਾ ਹੀ ਲੱਗਣਾ, ਕੋਈ ਰੋਕ ਨਹੀਂ ਸਕਦਾ। ਕਦੇ ਸ਼ਮਾ ਕਹਿੰਦੀ ਨਹੀਂ ਪਤੰਗਿਓ ਆਓ, ਪਰ ਕੀ ਕਰਨ ਪਤੰਗੇ ਤੇ ਉਡੀਕਦੇ ਨੇ ਸ਼ਮਾ ਬਲੇ ਤੇ ਅਸੀਂ ਆਪਾ ਕੁਰਬਾਨ ਕਰੀਏ। ਫੁੱਲ ਕਹਿੰਦਾ ਨਹੀਂ ਭੌਰਿਓ ਆਓ, ਫੁੱਲ ਦਾ ਖਿੜਨਾ ਹੀ ਭੌਰਿਆਂ ਨੂੰ ਸੱਦਾ ਮਿਲਦਾ ਹੈ। ਜਦੋਂ ਕਿਸੇ ਦਾ ਅੰਦਰ ਸਤਿਗੁਰੂ ਦੇ ਪਿਆਰ ਵਿੱਚ ਖਿੜਦਾ, ਪਿਆਰਿਓ ਚੇਤਾ ਰੱਖਣਾ, ਸੰਸਾਰ ਆਪਣੇ ਆਪ ਹੀ ਉਹਦੇ ਤੋਂ ਲਾਖਾ ਲੈਣ ਲਈ, ਉਹਦੇ ਕੋਲੋਂ ਗੁਣਾਂ ਦਾ, ਬੱਚਿਆਂ ਦਾ, ਲੋੜਾਂ ਪੂਰੀਆਂ ਕਰਵਾਉਣ ਲਈ ਉਹਦੇ ਕੋਲ ਆਏਗਾ। ਇਸੇ ਤਰ੍ਹਾਂ ਇੱਥੇ ਵੀ ਹੋਇਆ। ਨਾਮਦੇਵ ਜੀ ਨੂੰ ਵੀ ਧੱਕੇ ਪੈ ਮੰਦਿਰ 'ਚੋਂ ਕੱਢਿਆ, ਪਿੱਛੇ ਜਾ ਕੇ ਬਹਿ ਗਏ। ਗਿਲਾ ਤੇ ਸ਼ਿਕਵਾ ਵੀ ਕੀਤਾ ਸੀ ਬਹੁਤ ਹੈ। ਨਿਰੰਕਾਰ ਮੇਰਾ ਕਸੂਰ ਕੀ ਹੈ? ਜਰਾ ਤੁਲਨਾ ਕਰਨੀ ਹੈ ਸ਼ੁਰੂ ਤੋਂ ਲੈ ਕੇ। ਕਿਸੇ ਵੀ ਧਰਮ ਦਾ ਨਹੀਂ ਸਵਾਲ। ਜਦੋਂ ਕੋਈ ਸੱਚ ਦੇ ਰਾਹ 'ਤੇ ਤੁਰਿਆ, ਭਾਵੇਂ ਇਸਲਾਮ ਦੀ ਦੁਨੀਆ 'ਚ, ਭਾਵੇਂ ਹਿੰਦੂ ਧਰਮ ਦੀ ਦੁਨੀਆ 'ਚ, ਬੋਧੀਆਂ ਵਿੱਚ, ਜੈਨੀਆਂ ਵਿੱਚ ਹੈ, ਈਸਾਈਆਂ ਵਿੱਚ, ਤੇ ਭਾਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਗੁਰਸਿੱਖਾਂ ਵਿੱਚ, ਦੋਨੋਂ ਚੀਜ਼ਾਂ ਬਰਾਬਰ ਚੱਲੀਆਂ ਨੇ। ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਦੁਨੀਆ ਦਾ ਦਸਤੂਰ ਹੈ, ਦੁਨੀਆ ਦੇ 3 ਸਟੈਪ ਨੇ, 3 ਪੜਾਅ ਹੁੰਦੇ ਨੇ। ਜਦੋਂ ਤੁਸੀਂ ਸੱਚ ਦੇ ਰਾਹ 'ਤੇ ਤੁਰੋਗੇ ਤੇ ਪਹਿਲਾਂ ਕੀ ਹੋਏਗਾ? ਦੁਨੀਆ ਜਿੱਥੇ ਪਿਆਰ ਕਰਨ ਵਾਲੀ ਹੈ, ਉੱਥੇ ਤੁਹਾਡੀ ਨਿੰਦਾ ਹੋਣੀ ਸ਼ੁਰੂ ਹੋ ਜਾਏਗੀ। ਜੇ ਤੁਸੀਂ ਤੁਰੇ ਰਹੇ ਲਗਾਤਾਰ ਇਸ ਰਸਤੇ 'ਤੇ, ਫਿਰ ਕੀ ਹੋਏਗਾ? ਦੁਨੀਆ ਤੁਹਾਨੂੰ ਇਸ ਰਸਤੇ ਤੋਂ ਰੋਕਣ ਲਈ ਹਰ ਹੀਲਾ ਵਰਤੇਗੀ। ਇਲਜ਼ਾਮ ਲੱਗਣੇ, ਤੁਹਾਡੇ 'ਤੇ ਕਿਸੇ ਬੰਦੇ ਤੋਂ ਵਾਰ ਕਰਾਉਣਾ,
ਝੂਠੀਆਂ ਤੋਹਮਤਾਂ ਲਾਣੀਆਂ, ਹਕੂਮਤ ਤੱਕ ਪਹੁੰਚ ਕਰਕੇ ਖਤਮ ਕਰਨ ਦਾ ਯਤਨ ਕਰਨਾ। ਜਿੰਨਾ ਕੁ ਤੁਸੀਂ ਉੱਚੇ ਉਨੇ ਉੱਚੇ ਪੱਧਰ 'ਤੇ ਵਿਰੋਧ ਹੋਏਗਾ। ਤੀਸਰਾ, ਜੇ ਤੁਰੇ ਰਹੇ ਫਿਰ ਉਹੀ ਦੁਨੀਆ ਤੁਹਾਡੇ ਪਿੱਛੇ ਲੱਗ ਕੇ ਤੁਹਾਡੇ ਤੋਂ ਲਾਖਾ ਲੈਣ ਲਈ ਆਏਗੀ। ਇਹ ਕਦੇ ਵੇਖਣਾ ਸੀ ਘਬਰਾ ਜਾਂਦੇ ਹਾਂ ਨਾ। ਮੈਂ ਤਾਂ ਕਿਸੇ ਨੂੰ ਕੁਝ ਕਹਿੰਦਾ ਹੀ ਨਹੀਂ, ਫਿਰ ਵੀ ਪਤਾ ਨਹੀਂ ਲੋਕੀ ਮੈਨੂੰ ਕਿਉਂ ਮਾੜਾ ਕਹਿੰਦੇ ਨੇ। ਸਾਹਿਬ ਕਹਿੰਦੇ ਜੇ ਤੂੰ ਤੁਰਿਆ ਨਹੀਂ, ਜਦੋਂ ਤੂੰ ਤੁਰ ਪਿਆ ਨਾ ਉਦੋਂ ਤੂੰ ਇਹ ਨਹੀਂ ਕਹਿਣਾ ਵੀ ਲੋਕੀ ਮੈਂ ਤਾਂ ਕਿਸੇ ਦਾ ਮਾੜਾ ਵੀ ਨਹੀਂ ਕਰਦਾ, ਫਿਰ ਵੀ ਮੈਨੂੰ ਲੋਕੀ ਮਾੜਾ ਕਹਿੰਦੇ। ਫਿਰ ਨਹੀਂ ਤੂੰ ਕਦੇ ਕਹੇਂਗਾ ਮੈਂ ਇੰਨੀ ਬਾਣੀ ਪੜ੍ਹਦਾ, ਦੁੱਖ ਮੈਨੂੰ ਫਿਰ ਵੀ ਆਈ ਜਾਂਦੇ ਨੇ। ਫਿਰ ਤਾਂ ਕਹੇਂਗਾ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਪੇ ਤੁਝੇ ਤਿਹਾਈ। ਫਿਰ ਅੰਦਰ ਕਵੇਗਾ ਭਾਈ अब हम चले ठाकुर पे हार, जब हम शरण प्रभु की आहे, राग प्रभु पावे मार। कोई भला कहो पावे बुरा कहो, हम तन दियो है टार। कोई भला कवे बुरा कवे, ਅਸੀਂ ਇਸ ਰਸਤੇ 'ਤੇ ਤੁਰੇ ਰਹਿਣਾ। ਪਰ ਜਦੋਂ ਅਸੀਂ ਇਹ ਗੱਲਾਂ ਕਰਨ ਲੱਗ ਪੈਂਦੇ ਹਾਂ ਨਾ, ਆਮ ਹੁੰਦੀਆਂ ਨੇ ਗੱਲਾਂ ਵੀ ਮੈਂ ਤਾਂ ਕਿਸੇ ਦਾ ਬੁਰਾ ਵੀ ਨਹੀਂ ਕੀਤਾ, ਫਿਰ ਵੀ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ। ਮੈਂ ਕਦੇ ਕਿਸੇ ਨੂੰ ਕੌੜਾ ਨਹੀਂ ਬੋਲਿਆ, ਫਿਰ ਵੀ ਮੇਰੇ 'ਤੇ ਤੋਹਮਤਾਂ ਇਲਜ਼ਾਮ। ਸਾਹਿਬ ਕਹਿੰਦੇ ਤੂੰ ਸੱਚ ਦੇ ਰਾਹ 'ਤੇ ਤੁਰਿਆ ਰਹੋ, ਇਹ ਚੀਜ਼ਾਂ ਤੇਰਾ ਭਲਾ ਕਰਨਗੀਆਂ। ਭਲਾ ਪਹਿਰੂ ਸਰਦਾਰ ਸੋਭਾ ਸਿੰਘ ਜੀ, ਜਿਹੜੇ ਕਿ ਰਹਿਣ ਵਾਲੇ ਤਾਂ ਗੁਰਦਾਸਪੁਰ ਇਲਾਕੇ ਦੇ ਸਨ, ਸ੍ਰੀ ਹਰਗੋਬਿੰਦਪੁਰ ਸਾਹਿਬ 'ਤੇ, ਪਰ ਬਾਅਦ ਵਿੱਚ ਉਹ ਨਗਰੋਟੇ ਹਿਮਾਚਲ 'ਚ ਵੀ ਰਹੇ, ਜਿਨ੍ਹਾਂ ਨੇ ਤਸਵੀਰਾਂ ਬਣਾਈਆਂ ਅਤੇ ਕੁੱਲ ਦੁਨੀਆ ਵਿੱਚ ਅੱਜ ਉਹ ਮਸ਼ਹੂਰ ਨੇ। ਉਹ ਵੀ ਲਿਖਦੇ ਨੇ ਆਪਣੀ ਸਵੈ ਜੀਵਨੀ ਦੇ ਅੰਦਰ। ਉਹ ਕਹਿੰਦੇ ਜਦੋਂ ਸੱਚ ਦੇ ਰਾਹ 'ਤੇ ਤੁਰਨਾ ਹੈ ਨਾ, ਇੱਕ ਤਾਂ ਬਾਹਰੋਂ ਸੰਸਾਰ ਵੱਲੋਂ ਵਿਰੋਧ ਹੁੰਦਾ ਹੈ, ਇੱਕ ਆਪਣਾ ਮਨ ਵਿਰੋਧ ਕਰਦਾ ਹੈ। ਕਹਿੰਦੇ ਤੁਸੀਂ ਆਪਣੇ 'ਤੇ ਪਹਿਰਾ ਦਿਓ, ਦੂਸਰੇ 'ਤੇ ਪਹਿਰਾ ਦੇਣ ਦੀ ਲੋੜ ਨਹੀਂ। ਮਨ ਜਦੋਂ ਤੁਰਦਾ ਹੈ ਨਾ, ਜਦੋਂ ਬੰਦਾ ਵੇਖਦਾ ਚੰਗਾ ਭਲਾ ਕੋਈ ਗੱਲ ਵੀ ਨਹੀਂ, ਨਿਤਨੇਮ ਕਰਦਿਆਂ, ਸਿਮਰਨ ਕਰਦਿਆਂ, ਸੰਗਤ ਕਰਦਿਆਂ ਇਹ ਅੰਦਰੋਂ ਖਿਆਲ ਪਾਉਂਦਾ ਅਤੇ ਉਹ ਪਾਉਂਦਾ ਜਿਹੜੇ ਕਦੇ ਕਿਧਰੇ ਕਰਨ ਵਾਲੇ ਵੀ ਨਹੀਂ, ਭੈੜੇ ਤੋਂ ਭੈੜੇ। ਬੰਦਾ ਕਲਪ ਜਾਂਦਾ ਕੀ ਹੋਣ ਲੱਗ ਗਿਆ ਮੇਰੇ ਨਾਲ, ਕੋਈ ਨਾ ਕੋਈ ਸਟੋਰੀ ਚੇਤਾ ਕਰੇਗਾ, ਉਹਦੇ 'ਚ ਉਲਝਿਆ ਰਹੇਗਾ। ਉਹਨਾਂ ਨੇ ਬੜੀ ਪਿਆਰੀ ਗੱਲ ਕਹੀ। ਉਹ ਕਹਿਣ ਲੱਗੇ ਇੱਕੋ ਦਮ ਜਦੋਂ ਇਹ ਮਨ ਤੋਂ ਬਚਣਾ ਹੋਵੇ ਨਾ, ਨੁਕਤੇ ਹੁੰਦੇ ਨੇ ਪਿਆਰ ਵਾਲਿਆਂ ਦੇ ਜਿਨ੍ਹਾਂ ਨੇ ਆਪਣੀ ਹੱਡੀ ਕੀਤੇ ਖੋਣ। ਉਹ ਕਹਿੰਦੇ ਇੱਕਦਮ ਤੁਸੀਂ ਇਸ ਮਨ ਤੋਂ ਬਚਣ ਲਈ ਨਾ ਜਿਹੜਾ ਕੰਮ ਕਰਦੇ ਹੋ ਉਹਨੂੰ ਤਬਦੀਲ ਕਰ ਦਿਓ। ਬੱਚਿਆਂ ਨਾਲ ਹੱਸਣ ਖੇਡਣ ਲੱਗ ਪਵੋ, ਇਸ਼ਨਾਨ ਕਰਨ ਲੱਗ ਪਵੋ, ਕਿਧਰੇ ਬਾਹਰ ਚਲੇ ਜਾਓ, ਸੈਰ ਕਰੋ। ਇੱਕ ਵਾਰ ਉਸ ਮਨ ਨੂੰ ਉੱਥੋਂ ਖਿਲਾ ਦਿਓ ਤਾਂ ਕਿ ਉਹ ਜਿਹੜੀ ਅੰਦਰ ਰੀਲ ਚੱਲ ਪਈ ਇੱਕ ਵਾਰੀ ਬੰਦ ਹੋਵੇ। ਉਹਨੂੰ ਕਰਕੇ ਫਿਰ ਤੁਸੀਂ ਆਓਗੇ, ਫਿਰ ਉਹ ਤੁਹਾਡਾ ਸਾਥ ਦੇਵੇਗਾ। ਖੈਰ ਗੱਲ ਆਈ ਅਤੇ ਵਿੱਚੇ ਕਰਨ ਲੱਗਾ ਸੀ, ਬਾਬਾ ਨਿਧਾਨ ਸਿੰਘ ਸਾਹਿਬ ਦਾ ਵਿਰੋਧ ਸ਼ੁਰੂ ਹੋ ਗਿਆ। ਈਰਖਾ ਬਹੁਤ ਵੱਧ ਗਈ। ਵਿਰੋਧ ਖੁੰਦਾ ਇੱਕ ਦਿਨ ਪਕੜ ਕੇ ਕੁੱਟਿਆ, ਇੱਕ ਦੰਦ ਵੀ ਤੋੜ ਦਿੱਤਾ ਅਤੇ ਸਿੱਧਾ ਹੀ ਕਹਿ ਦਿੱਤਾ ਖਜੂਰ ਸਾਹਿਬ ਛੱਡ ਕੇ ਚਲੇ ਜਾਓ। ਹੁਣ ਇਹ ਕੀ ਜਾਣਨ ਹਜ਼ੂਰ ਸਾਹਿਬ ਤੁਹਾਡੇ ਲਈ ਕੀ ਹੈ ਅਤੇ ਇਹਨਾਂ ਲਈ ਕੀ ਹੈ। ਇਹਨਾਂ ਨੂੰ ਖਜੂਰ ਸਾਹਿਬ ਨਗਰੀ ਨਹੀਂ ਦਿਸਦੀ, ਇਹਦੇ ਵਿੱਚੋਂ ਖਜੂਰ ਗੁਰੂ ਕਲਗੀਆਂ ਵਾਲੇ ਦੀ ਰਹਿਮਤ ਅਤੇ ਖੁਸ਼ਬੂ ਨਜ਼ਰ ਆ ਰਹੀ ਹੈ। ਕਿਵੇਂ ਛੱਡਣ। ਦੰਦ ਟੁੱਟਾ, ਵਿਰੋਧ ਖੋਇਆ, ਚਲੇ ਗਏ। ਕਹਿੰਦੇ ਗੱਡੀ ਪਕੜੋ ਅਤੇ ਚਲੋ ਪੰਜਾਬ। ਸਟੇਸ਼ਨ 'ਤੇ ਗਏ, ਪੈਸਾ ਕੋਲ ਕੋਈ ਨਹੀਂ। ਗੱਡੀ ਜਦੋਂ ਆਉਣੀ ਸੀ ਉਦੋਂ ਪਹਿਲਾਂ ਸਟੇਸ਼ਨ ਮਾਸਟਰ ਨੂੰ ਕਿਹਾ ਮੇਰੇ ਕੋਲ ਪੈਸਾ ਨਹੀਂ, ਮੇਰੇ ਕੋਲ ਇੱਕ ਦਸਤਾਰ ਹੈ ਰੇਸ਼ਮੀ, ਜੇ ਤੁਸੀਂ ਇਹ ਲੈ ਲਓ ਤਾਂ ਮੈਨੂੰ ਟਿਕਟ ਦੇ ਦਿਓ। ਉਹ ਅੱਗੋਂ ਉਹ ਕਹਿਣ ਲੱਗਾ ਬਿਲਕੁਲ ਨਹੀਂ, ਦਸਤਾਰਾਂ ਨਾਲ ਟਿਕਟਾਂ ਨਹੀਂ ਮਿਲਦੀਆਂ, ਪੈਸੇ ਨਾਲ ਟਿਕਟਾਂ ਮਿਲਦੀਆਂ ਨੇ। ਪੈਸਾ ਹੈ ਤਾਂ ਟਿਕਟ ਲਓ, ਨਹੀਂ ਤਾਂ ਗੱਡੀ 'ਤੇ ਨਹੀਂ ਚੜ੍ਹਨ ਦੇਣਾ। ਉੱਧਰੋਂ ਵੀ ਦਰਵਾਜ਼ਾ ਬੰਦ। ਇੱਕ ਦਰੱਖਤ ਥੱਲੇ ਬਹਿ ਗਏ, ਬਹੁਤ ਰੋਏ, ਬਹੁਤ ਰੋਏ। ਅੰਦਰੋਂ ਦਿਲ ਰੋ ਰਿਹਾ ਸੀ।
ਤੇ ਗੁਰੂ ਕਲਗੀਆਂ ਵਾਲੇ ਕੋਲ ਅਰਦਾਸ ਕਰ ਰਹੇ ਸਨ, ਹੇ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਹਾਰਾਜ, ਮਿਹਰ ਕਰ, ਮੈਂ ਤੇਰੇ ਘਰ ਦੀ ਸੇਵਾ ਲਈ ਆਇਆ ਸਾਂ। ਮੇਰੇ ਰੋਮ ਰੋਮ ਵਿੱਚ ਵਸਿਆ ਇਸ ਜਗ੍ਹਾ 'ਤੇ ਰਹਿ ਕੇ ਮੈਂ ਸੰਗਤਾਂ ਦੀ ਲੰਗਰਾਂ ਰਾਹੀਂ ਸੇਵਾ ਕਰਾਂ, ਜਲ ਰਾਹੀਂ, ਪ੍ਰਸ਼ਾਦ ਪਾਣੀ ਰਾਹੀਂ। ਮੈਨੂੰ ਕੋਣੇ ਰਹਿਣ ਨਹੀਂ ਦਿੰਦੇ, ਮੈਂ ਕਿੱਥੇ ਜਾਵਾਂ? ਮੈਂ ਤੁਹਾਡੇ ਚਰਨਾਂ ਨੂੰ ਛੱਡ ਨਹੀਂ ਸਕਦਾ, ਇਸ ਧਰਤੀ ਨੂੰ ਛੱਡ ਨਹੀਂ ਸਕਦਾ। ਮੈਨੂੰ ਆਪ ਦੱਸੋ, ਮੇਰਾ ਕੋਈ ਟਿਕਾਣਾ ਨਹੀਂ। ਤੁਰ ਅੰਦਰੋਂ ਜਦੋਂ ਇਹ ਨਿਕਲੀ ਰੋਂਦਿਆਂ ਰੋਂਦਿਆਂ ਨੇਤਰ ਬੰਦ ਸਨ, ਉਦੋਂ ਪਹਿਲੀ ਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਤੱਖ ਆ ਕੇ ਦਰਸ਼ਨ ਦੀਦਾਰ ਦਿੰਦੇ ਨੇ। ਸੁਰਤੀ ਦਰਸ਼ਨ ਕਰਕੇ ਖਿੜ ਗਈ, ਲੈ ਗਈ ਥਕਾਵਟ, ਮਾਰ ਕੁਟਾਈ ਦੀ ਕੋਈ ਦੁੱਖ ਨਹੀਂ। ਸਤਿਗੁਰੂ ਜੀ ਕਹਿਣ ਲੱਗੇ, ਬੇਟਾ ਤੁਸੀਂ ਜਾਣਾ ਨਹੀਂ, ਤੁਸੀਂ ਇੱਥੇ ਹੀ ਰਹੋਗੇ, ਤੁਹਾਡੀ ਸੇਵਾ ਪ੍ਰਵਾਨ ਨਹੀਂ। ਮਹਾਰਾਜ ਮੈਨੂੰ ਕੋਈ ਰਹਿਣ ਨਹੀਂ ਦਿੰਦਾ, ਕਹਿੰਦੇ ਹੁਣ ਤੱਤੀ ਵਾਹ ਵੀ ਨਹੀਂ ਲੱਗੇਗੀ। ਇਹ ਕੌਤਕ ਸਤਿਗੁਰਾਂ ਦੇ ਆਪਣੇ ਹੁੰਦੇ ਨੇ। ਕਸਵੱਟੀਆਂ ਲਾ ਲਾ ਕੇ ਪਹਿਲਾਂ ਪਰਖ ਕੇ ਪੱਕਾ ਬਣਾ ਦਿੰਦੇ। ਇਹ ਕਹਿੰਦੇ ਖੋਟ ਕੱਢਣੀ ਸੀ, ਨਿਕਲ ਗਈ, ਹੁਣ ਸ਼ੁੱਧ ਸੋਨਾ ਹੀ, ਹੁਣ ਨਾ ਕੋਈ ਕੱਢੇਗਾ ਤੇ ਨਾ ਕੋਈ ਵਿਰੋਧ ਆ ਕਿਸੇ ਦਾ ਅਸਰ ਹੋਵੇਗਾ। ਪਿਆਰਿਓ, ਤਾਂ ਹੀ ਸਾਹਿਬ ਕਹਿੰਦੇ ਨੇ ਬਾਣੀ ਅੰਦਰ, ਜਿਸ ਕੇ ਜੀ ਤਿਨੇ ਕੀ ਫੇਰੇ ਆਪੇ ਭਇਆ ਸਹਾਈ। ਅਕਾਲ ਪੁਰਖ ਦੇ ਆਪਣੇ ਕੌਤਕ ਨੇ, ਉਹਨਾਂ ਦੀ ਰਚਨਾ ਹੁੰਦੀ। ਆਪਾਂ ਐਵੇਂ ਕਿਸੇ ਨੂੰ ਦੋਸ਼ ਦੇਣੇ ਆ, ਮੇਰੇ ਨਾਲ ਦੂਸਰੇ ਮਾੜਾ ਕਰਦੇ ਨੇ, ਕੋਈ ਨਹੀਂ ਕਰਦਾ। ਅਕਾਲ ਪੁਰਖ ਦੀ ਖੇਡ ਬਾਅਦ ਵਿੱਚ ਪਤਾ ਲੱਗਦਾ। ਬਹੁਤ ਔਖਾ, ਇਸ ਗੱਲ ਨੂੰ ਜ਼ਰੂਰ ਧਿਆਨ ਵਿੱਚ ਲਿਆਈਏ। ਸਿਮਰਨ ਨਾਲੋਂ ਸੇਵਾ ਕਰਨੀ ਔਖੀ ਹੈ। ਸਿਮਰਨ ਕਰਨਾ ਆਪਣੇ ਆਪ ਨਾਲ ਬਹਿ ਕੇ, ਸੇਵਾ ਕਰਨੀ ਕਿਸੇ ਦੂਜੇ ਦੀ। ਦੂਜੇ ਦੇ ਅੰਦਰ ਕੀ ਹੈ ਤੁਸੀਂ ਨਹੀਂ ਜਾਣਦੇ। ਉਹਨੇ ਮਾੜਾ ਵੀ ਕਹਿਣਾ, ਚੰਗਾ ਵੀ ਕਹਿਣਾ, ਮਖੌਲ ਵੀ ਉਡਾਣੇ, ਜੋ ਕਰ ਸਕਦਾ ਉਹਨੇ ਕਰਨਾ ਹੀ। ਪਰ ਸਾਨੂੰ ਹੁਕਮ ਹੈ, ਉਹਨੂੰ ਨਾ ਵੇਖੋ, ਇਸ ਨੂੰ, ਇਸ ਦੇ ਅੰਦਰ ਵੀ ਤੇ ਕੋਈ ਉਹ ਬੈਠਾ ਹੈ ਨਾ ਜਿਹੜਾ ਇਹਦੇ ਅੰਦਰੋਂ ਇਹੋ ਜਿਹੇ ਹਾਲਾਤ ਬਣਾ ਕੇ ਮੈਨੂੰ ਖਵਾ ਰਿਹਾ, ਉਹਦੀ ਪਰਵਾਹ ਨਾ ਕਰੋ। ਇਹ ਸਾਨੂੰ ਪੱਕਿਆਂ ਕਰਨ ਲਈ ਹਾਲਾਤ ਬਣਦੇ ਨੇ ਇਹੋ ਜਿਹੇ। ਇਹਨਾਂ ਜੀਵਨੀਆਂ ਸਾਂਝੀਆਂ ਕਰਨ ਦਾ ਮਤਲਬ ਤੇ ਹੀ ਹੈ ਨਾ। ਭਾਈ ਮੰਝ ਨੂੰ ਕਿੰਨਾ ਕੁ ਵਿਰੋਧ ਸਹਿਣਾ ਪਿਆ ਸੀ। ਵੇਖੋ ਨਾ, ਜਿਹੜਾ ਵੀ ਤੁਰਿਆ ਲੋਕਾਂ ਨੇ ਛੱਡਿਆ ਥੋੜ੍ਹਾ। 4 ਚੁਫੇਰੇ ਤੋਂ ਮੁਸੀਬਤਾਂ, ਪਰ ਜਦੋਂ ਘੜੀ ਗਈ ਤੇ ਚਮਕਿਆ ਵੀ ਕਿੰਨਾ। ਪਿਆਰਿਓ, ਬਖਸ਼ਾਂ ਵੀ ਓਨੀਆਂ ਵੱਡੀਆਂ ਉਹਨਾਂ 'ਤੇ। ਗੁਰੂ ਕਲਗੀਆਂ ਵਾਲੇ ਪਿਤਾ ਜੀ ਨੇ ਸਾਫ਼ ਕਿਹਾ ਸੀ, ਲਓ ਬਾਬਾ ਨਿਧਾਨ ਸਿੰਘ ਜੀ ਨੂੰ ਕਹਿੰਦੇ, ਜਾਓ ਖੀਸਾ ਮੇਰਾ ਹੱਥ ਤੇਰਾ। ਬਸ ਆਹ ਜੇ ਕਹਾਣੀ ਬੜਾ ਮਸ਼ਹੂਰ ਸ਼ਬਦ ਹੈ। ਜਿੰਨੀਆਂ ਸੰਗਤਾਂ ਜਾਂਦੀਆਂ ਨੇ ਨਾ, ਉਦੋਂ ਬਾਅਦ ਬਾਬਾ ਜੀ ਆ ਗਏ ਸੀ, ਲੰਗਰ ਦੀ ਸੇਵਾ ਸ਼ੁਰੂ ਕੀਤੀ। ਹੌਲੀ ਹੌਲੀ ਜਦੋਂ ਸ਼ੁਰੂ ਕੀਤੀ, ਉਦੋਂ ਕੇਵਲ 5 ਭਾਂਡੇ ਸਨ, ਉਹ ਵੀ ਕਿਸੇ ਫੌਜੀ ਨੇ ਭੇਟ ਕੀਤੇ ਸੀ। 5 ਭਾਂਡਿਆਂ ਵਿੱਚ ਹੀ ਲੰਗਰ ਦੀ ਜਿਹੜੀ ਰਸਤ ਹੈ ਉਹ ਵਰਤਾ ਦੇਣੀ ਸ਼ੁਰੂ ਹੋ ਗਿਆ। ਸੰਗਤਾਂ ਅੱਜ ਖੋਰ ਕੱਲ ਖੋਰ, ਮਹਾਰਾਜ ਆਪੇ ਪੈਸਾ ਭੇਜੀ ਜਾਂਦਾ, ਸੇਵਾ ਕਰਨ ਵਾਲੇ ਆਈ ਜਾਂਦੇ। ਕਿੱਥੇ ਗੱਲ ਗਈ? ਫਿਰ ਤਾਂ ਭਾਂਡਿਆਂ ਦਾ ਅੰਤ ਕੋਈ ਨਹੀਂ। ਹੁਣ ਤਾਂ ਸੰਗਤਾਂ ਦੇਸੀ ਘਿਓ ਇਹਨਾਂ ਭੇਜਦੀਆਂ ਨੇ ਵੀ ਵਰਤੇ ਹੀ ਇਕੱਲਾ ਦੇਸੀ ਘਿਓ। ਭਾਂਡਿਆਂ ਦਾ ਅੰਤ ਕੋਈ ਨਹੀਂ, ਲੰਗਰਾਂ ਦੀ ਰਸਤਾਂ ਦਾ ਅੰਤ ਕੋਈ ਨਹੀਂ। ਕਾਰਨ ਗੁਰੂ ਕਲਗੀਆਂ ਵਾਲੇ ਪਿਤਾ ਨੇ ਬਚਨ ਕੀਤਾ ਸੀ, ਖੀਸਾ ਮੇਰਾ ਹੱਥ ਤੇਰਾ। ਖੀਸਾ ਕਹਿੰਦੇ ਜੇਬ ਨੂੰ, ਜੋ ਆਪਾਂ ਆਪਣੀ ਕਮੀਜ਼ ਨੂੰ ਲਾਉਂਦੇ ਹਾਂ। ਮਤਲਬ ਸੀ, ਲਓ ਹੁਣ ਖਜ਼ਾਨਾ ਸਦਾ ਹੀ ਸਾਡਾ ਤੇ ਤੇਰਾ ਨਹੀਂ, ਤੁਸੀਂ ਹੱਥਾਂ ਨਾਲ ਕੇਵਲ ਵਰਤਾਣਾ ਹੈ। ਤਾਂ ਹੀ ਤਾਂ ਪਿਆਰਿਓ, ਲੰਗਰ ਗੁਰੂ ਕਾ ਹੈ ਤੇ ਗੁਰੂ ਹੀ ਵਰਤਦਾ ਹੈ ਉੱਥੇ। ਇਹਨਾਂ ਗੱਲਾਂ ਨੂੰ ਅਸੀਂ ਭਾਵੇਂ ਬਹੁਤਾ ਧਿਆਨ ਨਹੀਂ ਕਰਦੇ। ਇਹਦੇ ਨਾਲ ਅਸੀਂ ਕਈ ਤਰ੍ਹਾਂ ਦੀਆਂ ਆਪਣੀਆਂ ਸਿਆਣਪਾਂ ਜੀਆਂ ਜੋੜ ਕੇ ਬਹਿ ਜਾਂਦੇ ਹਾਂ। ਫਲਾਣੇ ਬੰਦੇ ਕਰਕੇ ਲੰਗਰ ਚੱਲਦਾ ਹੈ, ਜਾਂ ਮੈਂ ਨਹੀਂ ਛਕਣਾ ਤੇ ਗਰੀਬ ਕੁਰਬਾ ਛਕੇਗਾ। ਨਹੀਂ ਪਿਆਰਿਓ, ਲੰਗਰ ਗੁਰੂ ਕਾ, ਕਲਾ ਗੁਰੂ ਕੀ ਵਰਤਦੀ ਏ। ਬੰਦੇ ਤੱਕ ਸਬੱਬ ਬਣਾਉਂਦੇ ਨੇ ਸਾਡੇ ਭਲਾ ਕਰਨ ਲਈ, ਸਾਥੋਂ ਸੇਵਾ ਲੈ ਲੈਂਦੇ ਨੇ। ਉਹ ਖਜ਼ਾਨਾ ਕਦੇ ਮੁੱਕਿਆ ਨਹੀਂ। ਤਾਂ ਹੀ ਕਈਆਂ ਨੇ ਤਸਵੀਰਾਂ ਬਣਾਈ ਬਾਬਾ ਨਿਧਾਨ ਸਿੰਘ ਸਾਹਿਬ ਦੀਆਂ, ਵੀ ਮਹਾਰਾਜ ਦਾ ਉੱਪਰ ਖਾਚੇ ਕਿਵੇਂ ਉਹ ਪ੍ਰਕਾਸ਼ ਆ ਰਿਹਾ ਤੇ ਉਹ ਅੱਗੋਂ ਸਮਾਧੀ 'ਚ ਬੈਠੇ ਮੁਸਕਰਾ ਕੇ ਵਰਤਾ ਰਹੇ ਨੇ। ਇਹ ਹਰ ਕਿਸੇ ਨਾਲ ਹੁੰਦਾ ਹੀ। ਜਦੋਂ ਕੁਝ ਨਾਲ ਜੁੜ ਜਾਵੇ, ਉਹ ਆਪਣੇ ਖਜ਼ਾਨਿਆਂ ਦੀ ਚਾਬੀ ਦਿੰਦਾ ਆਪਣੇ ਪਿਆਰਿਆਂ ਨੂੰ, ਲਓ ਵਰਤਾਈ ਚੱਲੋ, ਉਹ ਕਦੇ ਮੁੱਕਣਾ ਨਹੀਂ ਹੈ।
ਤਾਂ ਹੀ ਕਦੇ ਲੰਗਰ ਸਾਹਿਬ ਨਾਲ ਕਦੇ ਕੋਈ ਠੱਠਾ ਤੇ ਮਖੌਲ ਨਾ ਕਰੇ। ਲੰਗਰ ਦਾ ਓਨਾ ਹੀ ਅਦਬ ਸਤਿਕਾਰ ਕਰੇ ਜਿੰਨਾ ਅਸੀਂ ਕਿਸੇ ਵੱਡੀ ਤੋਂ ਵੱਡੀ ਸਤਿਕਾਰਯੋਗ ਵਸਤੂ ਗੁਰੂ ਵੱਲੋਂ ਬਖਸ਼ੀ ਹੋਈ ਦਾ ਕਰੀਦਾ ਹੈ। ਤੋ ਖੈਰ ਲੰਗਰ ਵਿੱਚ ਬਸ ਫਿਰ ਰੌਣਕਾਂ ਹੀ ਰੌਣਕਾਂ, ਅੰਤ ਕੋਈ ਨਹੀਂ। ਬਾਬਾ ਨਿਧਾਨ ਸਿੰਘ ਸਾਹਿਬ ਨੂੰ ਨਾ ਜ਼ਿੰਦਗੀ ਮਿਲਦੀ ਸੀ ਸੰਗਤਾਂ ਨੂੰ ਲੰਗਰ ਛਕਾ ਕੇ। ਉਹਨਾਂ ਦਾ ਸਿਮਰਨ ਵੀ ਇਹ ਵੇ, ਬੰਦਗੀ ਵੀ ਇਹ ਵੇ, ਬਰਤਨ ਮਾਂਜਣੇ, ਲੰਗਰ ਤਿਆਰ ਕਰਨਾ, ਸੰਗਤਾਂ ਨੂੰ ਛਕਾਉਣਾ। ਤੁਸੀਂ ਅੱਜ ਤੱਕ ਤੁਸੀਂ ਵੇਖੋਗੇ ਸੰਗਤਾਂ ਕਹਿੰਦੀਆਂ ਦਰਸ਼ਨ ਸੱਚਖੰਡ ਦੇ ਕਰਾਂਗੇ ਪਰ ਲੰਗਰ ਲੰਗਰ ਸਾਹਿਬ ਜਾ ਕੇ ਛਕਾਂਗੇ। ਦੂਸਰਾ ਸਰਾਵਾਂ ਬਣੀਆਂ ਬਹੁਤ ਹੈ ਭਈ ਉੱਥੇ ਬਾਬਾ ਨਿਧਾਨ ਸਿੰਘ ਸਾਹਿਬ ਦੇ ਕੋਲ ਜਾ ਕੇ ਉੱਥੇ ਸਰਾਵਾਂ 'ਚ ਕਮਰਾ ਮਿਲੇਗਾ, ਰਵਾਂਗੇ ਉੱਥੋਂ। ਕਿੰਨੀਆਂ ਸੰਗਤਾਂ, ਕਿੰਨੇ ਮਹਾਂਪੁਰਖ, ਕਿੰਨੇ ਪਿਆਰਾਂ ਦੇ ਨਾਲ ਉੱਥੇ ਜਾਂਦੇ ਨੇ। ਇੱਕ ਵਾਰ ਨਾ ਉਦੋਂ ਹੈਦਰਾਬਾਦ ਦੇ ਨਿਜ਼ਾਮ ਕੋਲ ਕੁਝ ਲੋਕਾਂ ਨੇ ਸ਼ਿਕਾਇਤ ਕਰ ਦਿੱਤੀ ਸੀ ਵੀ ਇਹ ਮੁਸਲਮਾਨਾਂ ਦੇ ਵਿਰੋਧ ਵਿੱਚ ਬਾਬਾ ਨਿਧਾਨ ਸਿੰਘ ਜੀ ਲੋਕਾਂ ਨੂੰ ਭੜਕਾਉਂਦੇ ਨੇ, ਸਰਕਾਰ ਵਿਰੁੱਧ ਵੀ ਅਤੇ ਮੁਸਲਮਾਨਾਂ ਵਿਰੁੱਧ। ਹੈਦਰਾਬਾਦ ਦੇ ਨਿਜ਼ਾਮ ਨੇ ਇੱਕ ਬੰਦੇ ਨੂੰ ਕੱਲਿਆ, ਜਾਓ CID ਲੈ ਕੇ ਆਓ ਅਤੇ ਸਾਨੂੰ ਰਿਪੋਰਟ ਦਿਓ ਆ ਕੇ ਵੀ ਉਹ ਸੱਚਮੁੱਚ ਐਸਾ ਕਰਦੇ। ਜਦੋਂ ਰਿਪੋਰਟ ਲੈਣ ਵਾਲਾ ਗਿਆ ਨਾ, ਉਹਨੇ ਵੇਖਿਆ ਵੀ ਹੱਦ ਹੋ ਗਈ। ਨਾ ਕੋਈ ਮੁਸਲਮਾਨ, ਨਾ ਕੋਈ ਹਿੰਦੂ, ਨਾ ਕੋਈ ਸਿੱਖ ਹੈ। ਜਿਹੜਾ ਜੀ ਆਉਂਦਾ ਦਿਨੇ ਰਾਤ ਉਹਦੀ ਸੇਵਾ ਵਿੱਚ ਲੱਗੇ ਨੇ। ਮਾਂ ਵੀ ਨਹੀਂ ਇੰਨੇ ਪਿਆਰ ਨਾਲ ਭੋਜਨ ਛਕਾਉਂਦੀ ਜਿੰਨਾ ਪਿਆਰ ਨਾਲ ਬਾਬਾ ਨਿਧਾਨ ਸਿੰਘ ਸਾਹਿਬ ਛਕਾਉਂਦੇ ਨੇ। ਉਹਨੇ ਰਿਪੋਰਟ ਦਿੱਤੀ, ਫਾਰਸੀ ਵਿੱਚ ਉਹਨੇ ਅੱਖਰ ਲਿਖੇ ਸਨ। ਉਹ ਕਹਿਣ ਲੱਗਾ ਇਹ ਬਾਬਾ ਨਿਧਾਨ ਸਿੰਘ ਉਹ ਹੈ ਜਿਸ ਨੂੰ ਸਵਰਗਾਂ ਬਹਿਸ਼ਤ ਵਿੱਚ ਜਾਣ ਕੇ ਦਰਵਾਜ਼ਾ ਖੜਕਾਉਣਾ ਨਹੀਂ ਪੈਂਦਾ, ਉਹਦੇ ਲਈ ਬਖਿਸ਼ਤਾਂ ਅਤੇ ਸਵਰਗਾਂ ਦੇ ਦਰਵਾਜ਼ੇ ਖੁੱਲ੍ਹੇ ਨੇ। ਉਹਦੇ ਕਹਿਣ ਦਾ ਢੰਗ ਸੀ ਜਿਹੜਾ ਇੱਕ ਵਾਰੀ ਬੰਦਾ ਉਹਦੇ ਦਰਸ਼ਨ ਕਰ ਲੈ, ਉਹਦੇ ਅੰਦਰੋਂ ਇਹ ਮੁਸਲਮਾਨ, ਹਿੰਦੂ, ਸਿੱਖ ਦਾ ਭੇਦਭਾਵ ਵੈਸੇ ਹੀ ਮੁੱਕ ਜਾਂਦਾ ਹੈ, ਉੱਥੇ ਕੋਈ ਰਹਿੰਦਾ ਹੀ ਨਹੀਂ। ਉਹਨੇ ਕੀ ਵਿਰੋਧ ਕਰਨਾ ਹੈ? ਉਹ ਰੱਬ ਦਾ ਬੰਦਾ ਅਤੇ ਰੱਬ ਦੇ ਜੀਵਾਂ ਦੀ ਜਿਸ ਤਰ੍ਹਾਂ ਸੇਵਾ ਕਰ ਰਿਹਾ ਹੈ ਉਹ ਰੱਬ ਹੀ ਕਰ ਸਕਦਾ ਹੈ। ਉਹਦੀ ਰਿਪੋਰਟ ਸੀ। ਉਲਟਾ ਅਸਰ ਹੋਰ ਮਹਿਮਾ ਵੱਧ ਗਈ। ਮਹਾਰਾਜ ਜੀ ਆਪ ਵਰਤਦੇ ਨੇ ਨਾ ਕਿ ਉਹਨਾਂ ਦਾ ਆਪਣਾ ਬਚਨ ਸੀ, ਸਾਰੀ ਜ਼ਿੰਦਗੀ ਵਰਤਿਆ, ਹੁਣ ਤੱਕ ਵਰਤਦਾ ਪਿਆ ਹੈ। ਉਹ ਕਦੇ ਮੁੱਕਣਾ ਥੋੜ੍ਹਾ। ਜਿਹੜਾ ਕਲਗੀਆਂ ਵਾਲੇ ਦਾ ਬਚਨ ਹੈ ਸਦਾ ਹੀ ਉਸ ਅਸਥਾਨ 'ਤੇ ਹਮੇਸ਼ਾ ਲਈ ਵਰਤੇਗਾ, ਜੁਗਾਂ ਤੱਕ ਉਹਨੇ ਉਸੇ ਤਰ੍ਹਾਂ ਰਹਿਣਾ। ਸਤਿਗੁਰੂ ਦਾ ਖੇਸਾ ਹੈ। ਹੱਥ ਅੱਗੋਂ ਵਰਤਾਉਣ ਵਾਲੇ ਸੇਵਾ ਵੱਖਰੇ ਵੱਖਰੇ ਮਹਾਰਾਜ ਦੇ ਬਖਸ਼ੇ ਸਾਧੂਆਂ ਨੂੰ ਮਿਲਦੀ ਰਹੀ। ਹੁਣ ਵੀ ਸਤਿਕਾਰਯੋਗ ਬਾਬਾ ਬਲਵਿੰਦਰ ਸਿੰਘ, ਬਾਬਾ ਨਰਿੰਦਰ ਸਿੰਘ ਜੀ ਸੇਵਾ ਕਰ ਰਹੇ ਨੇ। ਪਹਿਲਾਂ ਬਾਬਾ ਸ਼ੀਸ਼ਾ ਸਿੰਘ ਸਾਹਿਬ ਜੀ ਉਸ ਸਥਾਨ ਦੀ ਸੇਵਾ ਕਰਦੇ ਸਨ। ਬਾਹਰਲੇ ਮੁਲਕਾਂ ਵਿੱਚ ਵੀ ਉਹ ਆਏ। ਵੇਖਦੇ ਹੋ ਨਾ ਕਿਵੇਂ ਜਦੋਂ ਸੇਵਾ ਲਈ ਆਉਂਦੇ ਅਤੇ ਜਿਹਦੀ 500 ਦੀ ਸਮਰੱਥਾ ਉਹਨੂੰ ਹੋ ਸਕਦਾ 5000 ਕਹਿ ਦੇਣ। ਇੱਕ ਵਾਰ ਤਾਂ ਬੰਦਾ ਹਿੱਲ ਜਾਂਦਾ ਹੈ ਨਾ, ਇਹ ਕੀ ਕਰਦੇ ਨੇ। ਪਰ ਬਾਅਦ ਵਿੱਚ ਜਦੋਂ ਬਰਕਤਾਂ ਪੈਂਦੀਆਂ ਫਿਰ ਹੈਰਾਨ ਹੁੰਦਾ, ਕੁਝ ਵੀ ਨਹੀਂ ਸੀ। 500 ਦੀ ਜਗ੍ਹਾ 'ਤੇ 5000 ਵੱਡੀ ਸੇਵਾ ਲਾਉਂਦੇ ਨੇ। ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਵੱਡਾ ਕੁਛ ਦੇਣਾ ਹੋਵੇ ਉਹਨਾਂ ਤੋਂ ਸੇਵਾ ਵੀ ਵੱਡੀ ਲੈਂਦੇ ਨੇ। ਉਹਨੇ ਦੇਣਾ ਹੁੰਦਾ ਹੀ। ਮਹਾਰਾਜ ਨੂੰ ਕੁਛ ਨਹੀਂ ਚਾਹੀਦਾ, ਸਾਨੂੰ ਚਾਹੀਦਾ। ਉਹ ਸਾਡੇ ਭਲੇ ਲਈ ਇੱਕ ਇਹ ਵਿਧੀ ਬਣ ਗਈ। ਮਹਾਰਾਜ ਕਿਰਪਾ ਕਰਨ, ਭਾਵੇਂ ਕੋਈ 2 ਕੌਡੀਆਂ ਹੀ ਪਾਵੇ, ਲੰਗਰਾਂ ਦੀ ਸੇਵਾ ਵਿੱਚ ਹਮੇਸ਼ਾ ਹਿੱਸਾ ਪਾਈ। ਜਿੱਥੇ ਵੀ ਮਹਾਰਾਜ ਦੇ ਲੰਗਰ ਚੱਲਦੇ ਨੇ ਪ੍ਰਦੇਸ਼ਾਂ ਚੋਣ ਦੇਸ਼ ਸਤਿਗੁਰੂ ਜੀ ਦਾ, ਉਹਦੇ ਨਾਲ ਦੂਜਿਆਂ ਨੂੰ ਪ੍ਰਸ਼ਾਦ ਤੇ ਮਿਲੇਗਾ। ਜਿਹੜਾ ਸਾਨੂੰ ਬਰਕਤਾਂ ਮਿਲਣੀਆਂ ਉਹਨਾਂ ਦਾ ਅੰਤ ਕੋਈ ਨਹੀਂ। ਫਿਰ ਪਿਆਰੇ ਬੜੇ ਕਮਾਲ ਦੀ ਖੇਡ ਹੈ। ਜਦੋਂ ਨੇ ਇੱਕ ਵਾਰ ਪਿੰਡ ਖੁਰਮਪੁਰ ਆਏ ਸਨ, ਬਹੁਤ ਸਾਰੀ ਸੰਗਤ ਬੈਠੀ ਅਤੇ ਇੱਕ ਕਡੇਰਨਾ ਆਇਆ, ਥੱਲੇ ਰਿੜਦਾ ਜੀਵ ਆਵੇ ਨੇੜੇ। ਸੰਗਤ ਤੇ ਡਰੀ ਥੋੜ੍ਹਾ ਜਿਹੀ, ਇਹ ਕਿੱਥੋਂ ਜੀਵ ਆ ਗਿਆ, ਵੱਡੇ ਨਾ ਕੋਈ। ਬਾਬਾ ਜੀ ਕਹਿੰਦੇ ਨਹੀਂ ਕੁਛ ਨਹੀਂ, ਕਹਿੰਦੇ ਬੈਠੇ ਰਹੋ। ਅਤੇ ਬਾਬਾ ਜੀ ਨੇ ਮੂੰਹ 'ਚੋਂ ਅਚਾਨਕ ਕਿਹਾ, ਕਹਿੰਦੇ ਅਸੀਂ ਨਹੀਂ ਕੁਝ ਕਰ ਸਕਦੇ, ਜਾ। ਉਹ ਚੁੱਪ ਕਰਕੇ ਵਾਪਸ ਚਲਾ ਗਿਆ, ਖੁੱਡ 'ਚ ਵੜ ਗਿਆ। ਸੰਗਤ ਨੇ ਪੁੱਛਿਆ ਜੀ ਸਮਝ ਨਹੀਂ ਆਈ, ਕਡੇਰਨਾ ਆਇਆ, ਤੁਸੀਂ ਕਹਿ ਦਿੱਤਾ ਅਸੀਂ ਕੁਝ ਨਹੀਂ ਕਰ ਸਕਦੇ। ਕਹਿੰਦੇ ਗੁਰਦੁਆਰਾ ਸਾਹਿਬ ਬਣ ਰਿਹਾ ਹੈ, ਇਹ ਉਹੀ ਬੰਦਾ ਜਿਹੜਾ ਗੁਰੂ ਘਰ ਬਣਨ ਦਾ ਵਿਰੋਧ ਕਰਦਾ ਸੀ, ਸੇਵਾ ਵਿੱਚ ਰੁਕਾਵਟ ਪਾਉਂਦਾ ਸੀ।
ਮਹਾਰਾਜ ਨੇ ਸਜ਼ਾ ਦੇ ਕੇ ਕਡੇਰਨਾ ਬਣਾ ਦਿੱਤਾ। ਕਹਿੰਦਾ ਮੈਨੂੰ ਬਖਸ਼ ਲਵੋ। ਅਸੀਂ ਕਹਿ ਦਿੱਤਾ ਸਾਡੇ ਵੱਸ ਨਹੀਂ, ਹੁਣ ਗੁਰੂ ਜਾਣੇ ਤੇ ਤੂੰ ਜਾਣੇ। ਕਹਾਣੀਆਂ ਬੜੀਆਂ ਉੱਚੀਆਂ ਨੇ। ਜਦੋਂ ਨਾ ਕਿਉਂਕਿ ਬਾਬਾ ਜੀ ਹੋਰਾਂ ਨੇ ਜਿੱਥੇ ਲੰਗਰਾਂ ਦੀ ਸੇਵਾ ਕੀਤੀ ਉੱਥੇ ਕੁਝ ਅਸਥਾਨਾਂ ਦੀ ਸੇਵਾ ਵੀ ਕੀਤੀ ਸੀ, ਜਿਵੇਂ ਗੁਰਦੁਆਰਾ ਲੰਗਰ ਸਾਹਿਬ, ਗੁਰਦੁਆਰਾ ਗੁਪਤਸਰ ਸਾਹਿਬ, ਮਨਮਾੜ, ਗੁਰਦੁਆਰਾ ਰਤਨਗੜ੍ਹ ਸਾਹਿਬ। ਇਸੇ ਤਰ੍ਹਾਂ 33 ਨੰਬਰ ਖਾਲਸਾ ਦੀਵਾਨ ਕਰਾਂਚੀ ਵਿਖੇ, ਨਡਾਲੂ ਵਿਖੇ ਸੰਤ ਦੀਵਾਨ ਸਿੰਘ ਜੀ ਦੇ ਨਾਮ 'ਤੇ ਜਦੋਂ ਪੰਜਾ ਸਾਹਿਬ 1932 14 ਅਕਤੂਬਰ ਨੂੰ ਪੰਜਾ ਸਾਹਿਬ ਦੇ ਸਥਾਨ ਦੀ ਸੇਵਾ ਹੋਣੀ ਸੀ ਨਾ ਦੁਬਾਰਾ, ਅਤੇ ਪੰਜਾਂ ਪਿਆਰਿਆਂ ਵਿੱਚ ਬਾਬਾ ਨਿਧਾਨ ਸਿੰਘ ਸਾਹਿਬ ਜੀ ਨੂੰ ਸੇਵਾ ਵਿੱਚ ਵੀ ਲਾਇਆ ਸੀ। ਗੱਲ ਕਰ ਰਹੇ ਸਾਂ ਕਿਵੇਂ ਸਤਿਗੁਰੂ ਜੀ ਵਰਤਦੇ ਨੇ ਹਾਜ਼ਰ ਨਾਜ਼ਰ। ਜਦੋਂ ਨਾ ਇੱਕ ਵਾਰ ਮਨਮਾੜ ਗੁਰਦੁਆਰਾ ਗੁਪਤਸਰ ਸਾਹਿਬ ਉੱਥੇ ਸੇਵਾ ਲੱਗੀ ਹੋਈ ਸੀ, ਗੁਰਦੁਆਰਾ ਰਤਨਗੜ੍ਹ ਜੀ ਤੋਂ ਸੇਵਾ ਕਰਨੀ ਸੀ ਨਾ, 52 ਪਿੰਡਾਂ ਤੋਂ ਉਦੋਂ ਸੰਗਤ ਆਈ ਸੀ। ਗੱਲ ਕਰ ਰਹੇ ਸਾਂ ਮਨਮਾੜ ਦੀ। ਉੱਥੇ ਬਾਬਾ ਆਤਮਾ ਸਿੰਘ ਸਾਹਿਬ ਸਨ ਨਾਲ, ਅਤੇ ਬਾਬਾ ਨਿਧਾਨ ਸਿੰਘ ਜੀ ਪਰਾਂ ਸਬਜ਼ੀ ਨੂੰ ਪਾਣੀ ਲਾ ਰਹੇ ਸਨ। ਉੱਧਰੋਂ ਅਚਾਨਕ ਸੰਗਤ ਬਹੁਤ ਆ ਗਈ। ਲੰਗਰ ਤੇ ਹਮੇਸ਼ਾ ਤਿਆਰ ਹੁੰਦੇ ਨੇ। ਬਾਬਾ ਆਤਮਾ ਸਿੰਘ ਨਾਲ ਹੀ ਸਨ। ਕਹਿਣ ਲੱਗੇ ਜਾਓ ਤੁਸੀਂ ਸੰਗਤ ਨੂੰ ਲੰਗਰ ਛਕਾਓ, ਅਸੀਂ ਸਬਜ਼ੀ ਨੂੰ ਪਾਣੀ ਲਾਇਆ ਵਿੱਚ ਰਹਿ ਜਾਣਾ ਹੈ, ਅਸੀਂ ਪਾਣੀ ਦੀ ਸੇਵਾ ਕਰ ਲਈਏ। 7 ਬਚਨ। ਬਾਬਾ ਆਤਮਾ ਸਿੰਘ ਜੀ ਜਾ ਕੇ ਸੰਗਤ ਨੂੰ ਬਿਠਾਇਆ, ਲੰਗਰ ਛਕਾਉਣ ਲੱਗੇ, ਅਤੇ ਬਾਬਾ ਨਿਧਾਨ ਸਿੰਘ ਜੀ ਨੇ ਵੀ ਬਾਲਟੀ ਪਕੜੀ ਅਤੇ ਪ੍ਰਸ਼ਾਦੇ ਕਦੇ ਪਕੜਨ ਉਹ ਵਰਤਾ ਰਹੇ ਸਨ। ਕਹਿਣ ਲੱਗੇ ਮੈਨੂੰ ਕਹਿੰਦੇ ਸਨ ਵੀ ਪਾਣੀ ਲਾਣਾ, ਇੱਥੇ ਆਪ ਆ ਗਏ ਨੇ, ਚਲੋ ਉਹਨਾਂ ਦੀ ਮਰਜ਼ੀ। ਪ੍ਰਸ਼ਾਦ ਵਰਤਾਰੇ ਵੇਖਿਆ, ਉਧਰ ਨਿਗਾਹ ਮਾਰੀ ਦੂਜੇ ਪਾਸੇ, ਤੇ ਬਾਬਾ ਨਿਧਾਨ ਸਿੰਘ ਉਧਰ ਵੀ ਖੜੇ ਸਬਜ਼ੀ ਨੂੰ ਪਾਣੀ ਲਾ ਰਹੇ ਨੇ। ਇੱਕਦਮ ਖਿਲੇ ਕੀ ਹੋ ਗਿਆ, ਉਧਰ ਵੀ ਤੇ ਇੱਧਰ ਵੀ। ਸੰਗਤ ਨੂੰ ਲੰਗਰ ਛਕਾਇਆ ਤੇ ਫਿਰ ਆ ਕੇ ਕਹਿਣ ਲੱਗੀ ਬਾਬਾ ਜੀ ਇਹ ਕੀ ਕੌਤਕ ਹੈ। ਕਹਿਣ ਲੱਗੇ ਕੁਛ ਨਹੀਂ, ਸਾਨੂੰ ਤੇ ਪਤਾ ਨਹੀਂ। ਉਧਰ ਵੀ ਲੰਗਰ ਵਰਤਾਰੇ ਸਾਜੇ, ਇੱਧਰ ਵੀ ਤੁਸਾਂ ਨੇ ਸਬਜ਼ੀ ਨੂੰ ਪਾਣੀ ਲਾਇਆ। ਕਹਿਣ ਲੱਗੇ ਇਹ ਕਲਗੀਆਂ ਵਾਲਾ ਜਾਣੇ ਜਾਂ ਉਹਦੀ ਰਚਨਾ ਜਾਣੇ, ਸਾਨੂੰ ਨਹੀਂ ਪਤਾ। ਇਹ ਘਟਨਾਵਾਂ ਸਾਨੂੰ ਦੱਸਦੀਆਂ ਨੇ ਜਦੋਂ ਕੋਈ ਜੁੜ ਜਾਂਦਾ ਕਿਵੇਂ ਸਤਿਗੁਰੂ ਅੰਗ ਸੰਗ ਹੋ ਕੇ ਵਰਤਦੇ ਨੇ। ਉਹ ਅੰਦਰ ਸਦਾ ਹੀ ਨਾਲ ਨੇ, ਪਰ ਕਈ ਵਾਰ ਸਾਨੂੰ ਦਿਖਾਉਣ ਲਈ ਬਾਹਰੋਂ ਕੌਤਕ ਵਰਤਾਉਂਦੇ ਨੇ ਵੀ ਮਤ ਸੋਚਣਾ ਕੁਝ ਨਹੀਂ ਕਰਦੇ। ਉਹ ਭਾਵੇਂ ਹੱਥਾਂ ਰਾਹੀਂ ਕਰ ਲੈਣ, ਸਰੀਰ ਹੋਰ ਬਣਾ ਕੇ ਕਰ ਦੇਣ, ਵਰਤ ਉਹ ਹੀ ਰਹਿ ਹੁੰਦੇ ਨੇ ਇਹਨਾਂ ਦੇ ਆਪਣੇ ਕੋਲ। ਤਾਂ ਹੀ ਤੇ ਸਾਧੂ ਹਮੇਸ਼ਾ ਕਹਿੰਦੇ ਮੈਂ ਨਹੀਂ ਕੱਚ ਖੋ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਚਾ ਰਾਖ ਲਿਓ ਸਦਨਾ ਜਨ ਤੋਰਾ। ਉਹ ਸਦਾ ਉਹਦੇ ਖੋ ਜਾਂਦੇ, ਫਿਰ ਉਹਨਾਂ ਦਾ ਆਪਣਾ ਕੁਝ ਨਹੀਂ, ਉਹ ਸਾਰਾ ਕੁਝ ਪਰਮਾਤਮਾ ਦਾ ਸਤਿਗੁਰੂ ਦਾ ਹੀ ਵਰਤਦਾ ਹੈ। ਮਹਾਰਾਜ ਜੀ ਨੇ ਮਿਹਰ ਕੀਤੀ, ਕੇਵਲ ਇਹ ਨਹੀਂ ਵੀ ਕਿਸੇ ਲੋੜਵੰਦ ਨੂੰ ਪ੍ਰਸ਼ਾਦ ਛਕਾਉਣਾ, ਗੁਰਦੁਆਰਾ ਸਾਹਿਬ ਬਣਾਉਣੇ, ਕਿਵੇਂ ਸੰਗਤ ਵਿੱਚ ਸਤਿਗੁਰੂ ਜੀ ਦਿਖਾ ਦਿੰਦੇ, ਅਸੀਂ ਆਪ ਵਰਤ ਰਹੇ। ਇੱਕ ਵਾਰ ਪੂਨੇ ਗਏ ਸੀ, ਦੀਵਾਨ ਲੱਗਾ ਸੀ, ਤਾਂ ਉੱਥੇ ਇੱਕ ਪਰਿਵਾਰ, ਉਹਨਾਂ ਦਾ ਬੱਚਾ ਬਿਮਾਰ, ਉਹਨੂੰ ਮੰਜੇ 'ਤੇ ਪਾ ਕੇ ਸੰਗਤ ਵਿੱਚ ਲੈ ਆਏ। ਕਹਿੰਦੇ ਜੀ ਇਹਨੂੰ ਡਾਕਟਰਾਂ ਜਵਾਬ ਦਿੱਤਾ ਤੁਸੀਂ ਕਿਰਪਾ ਕਰੋ, ਇਹਨੂੰ ਤੁਸੀਂ ਇਹਦੇ 'ਤੇ ਕਰੋ, ਇਹਨੂੰ ਜ਼ਿੰਦਗੀ ਮਿਲ ਜਾਏ। ਬਾਬਾ ਜੀ ਕਹਿੰਦੇ ਠੀਕ ਹੈ। ਸਾਰੀ ਸੰਗਤ ਨੂੰ ਕਿਹਾ ਭਾਈ ਆਪਾਂ ਇਹਦਾ ਰੋਗ ਨਾ ਸਾਰੇ ਥੋੜ੍ਹਾ ਥੋੜ੍ਹਾ ਲੈ ਲਈਏ, ਵੰਡ ਲਈਏ, ਬਹੁਤਾ ਫਰਕ ਵੀ ਨਹੀਂ ਪੈਣਾ, ਬੱਚਾ ਰਾਜੀ ਹੋ ਜਾਏਗਾ। ਸਾਰੀ ਸੰਗਤ ਥੋੜ੍ਹਾ ਥੋੜ੍ਹਾ ਦਾ ਰੋਗ ਲੈ ਲਓ। ਸਾਰਿਆਂ ਨੇ ਨੀਵੀਂ ਪਾ ਲਈ। ਬਿਮਾਰੀ ਨੂੰ ਕੌਣ ਚਾਹੁੰਦਾ ਘਰ ਆਵੇ, ਕੌਣ ਚਾਹੁੰਦਾ ਦੁੱਖ ਘਰ ਆਵੇ। ਜਦੋਂ ਕਿਸੇ ਨੇ ਕਿਹਾ ਤੇ ਬਾਬਾ ਨਿਧਾਨ ਸਿੰਘ ਜੀ ਕਹਿੰਦੇ ਚਲੋ ਫਿਰ ਆਪਾਂ ਹੀ ਆਪਣੇ 'ਤੇ ਲੈ ਲੈਂਦੇ ਹਾਂ। ਉਹ ਬੱਚਾ ਹੌਲੀ ਹੌਲੀ ਠੀਕ ਹੋ ਗਿਆ। ਬਾਬਾ ਨਿਧਾਨ ਸਿੰਘ ਸਾਹਿਬ ਬਿਮਾਰ ਰਹਿਣ ਲੱਗ ਪਏ, ਬਹੁਤ ਬਿਮਾਰ ਹੋ ਗਏ। ਹਰ ਕੋਈ ਚਾਹੁੰਦਾ ਬਾਬਾ ਜੀ ਠੀਕ ਹੋਣ, ਪਰ ਹੁਣ ਰੋਗ ਲਿਆਏ। ਉਹਨਾਂ ਨੂੰ ਆਪਣਾ ਫਿਕਰ ਹੀ ਨਹੀਂ ਹੁੰਦਾ, ਸਭ ਕੁਝ ਸਤਿਗੁਰੂ ਜੀ ਦਾ। ਜਦੋਂ ਬਾਬਾ ਜਵਾਲਾ ਸਿੰਘ ਜੀ ਖਰਖੋਵਾਲ ਵਾਲਿਆਂ ਨੂੰ ਪਤਾ ਲੱਗਾ, ਉਹ ਚੇਚੇ ਗਏ, ਜਾ ਕੇ ਕਹਿਣ ਲੱਗੇ ਇਸ ਤਰ੍ਹਾਂ ਨਹੀਂ ਹੋਣਾ। ਉਹਨਾਂ ਨੇ ਸਿੰਘਾਂ ਨੂੰ ਕਹਿ ਕੇ ਸ੍ਰੀ ਅਖੰਡ ਪਾਠ ਸਾਹਿਬ ਰਖਾਏ, ਖੁਦ ਅਰਦਾਸ ਕੀਤੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕੋਲ, ਤੇ ਫਿਰ ਬਾਬਾ ਨਿਧਾਨ ਸਿੰਘ ਸਾਹਿਬ ਬਿਲਕੁਲ ਤੰਦਰੁਸਤ ਹੋ ਗਏ। ਪਿਆਰਿਓ ਕਹਿਣ ਤੋਂ ਮੁਰਾਦ ਤਾਂ ਇੰਨੀ ਹੈ, ਬਾਬਾ ਨਿਧਾਨ ਸਿੰਘ ਸਾਹਿਬ ਨੇ ਜੋ ਸੇਵਾ ਦੀ ਉੱਥੋਂ ਪਰੰਪਰਾ ਤੋਰੀ ਤੇ ਕੀਤੀ,
ਅੱਜ ਤੱਕ ਉਸੇ ਤਰ੍ਹਾਂ ਉਹਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਵਿੱਚ ਰੰਗ ਚੜ੍ਹ ਰਹੇ ਨੇ। ਤੇ ਸਾਨੂੰ ਪਤਾ ਲੱਗਦਾ ਹੈ ਸੇਵਾ ਕਰਨੀ ਕੋਈ ਸੌਖੀ ਨਹੀਂ, ਬੜੀਆਂ ਮੁਸ਼ਕਲਾਂ 'ਚੋਂ ਲੰਘਣਾ ਪੈਂਦਾ ਹੈ। ਜਾਂ ਇਹਦੇ ਨਾਲ ਇਹ ਵੀ ਧਿਆਨ ਰੱਖਣਾ, ਜਿਹੜੀ ਗੁਰੂ ਕੀ ਮਾਇਆ ਹੁੰਦੀ ਲੰਗਰ ਲਈ, ਉਹਨੂੰ ਵਰਤਣਾ ਕਿਵੇਂ ਵੀ ਹੁੰਦਾ ਹੈ ਨਾ। ਕਈ ਕੁਛ ਲੋਕਾਂ ਨੂੰ ਇਹ ਹੁੰਦਾ ਹੈ ਵੀ ਚਲੋ ਵਾਧੂ ਮਾਇਆ ਹੁੰਦੀ ਜਿਵੇਂ ਮਰਜ਼ੀ ਵਰਤੋ, ਬਾਬਾ ਜੀ ਕਦੇ ਨਹੀਂ ਸੀ ਵਰਤਣ ਦਿੰਦੇ। ਇੱਕ ਵਾਰੀ ਇੱਕ ਸਿੰਘ ਨੇ ਕੋਈ ਨਾ ਕੋਈ ਦਾਅ ਪੇਚ ਲਾ ਕੇ ਨਾ ਜਿਹੜੀ ਮਾਇਆ ਸੀ ਗੁਰੂ ਘਰ ਦੀ ਉਹ ਵਰਤ ਲਈ। ਕੱਪੜੇ ਦੀ ਦੁਕਾਨ ਖੋਲ੍ਹ ਲਈ। ਬਾਬਾ ਜੀ ਨੂੰ ਪਤਾ ਲੱਗਾ, ਬੜਾ ਝਿੜਕਿਆ ਵੀ ਇਹ ਗੁਰੂ ਦੀ ਮਾਇਆ ਇਸ ਤਰ੍ਹਾਂ ਨਹੀਂ ਵਰਤੀ ਦੀ, ਬੜਾ ਨੁਕਸਾਨ ਕਰਦੀ ਏ। ਉਹਨੇ ਕੋਈ ਪਰਵਾਹ ਨਾ ਕੀਤੀ, ਦੁਕਾਨ ਪਾ ਲਈ, ਚੱਲੀ ਥੋੜ੍ਹਾ ਚਿਰ ਅੱਗ ਲੱਗੀ, ਉਹ ਦੁਕਾਨ ਸੜ ਗਈ। ਉਹਨੇ ਫਿਰ ਕੁਝ ਭੇਡਾਂ ਬੱਕਰੀਆਂ ਖਰੀਦੀਆਂ ਤੇ ਵਪਾਰ ਸ਼ੁਰੂ ਕੀਤਾ। ਬਿਮਾਰੀ ਪਈ, ਹੌਲੀ ਹੌਲੀ ਉਹ ਵੀ ਮਰ ਗਈਆਂ, ਫਿਰ ਅੱਖਾਂ ਖੁੱਲ੍ਹੀਆਂ। ਇਹ ਘਟਨਾਵਾਂ ਦੱਸਦੀਆਂ ਨੇ ਬੰਦੇ ਦੀ ਚਲਾਕੀ ਚੱਲ ਸਕਦੀ ਹੈ ਗੁਰੂ ਘਰ 'ਚ ਗੋਲਕਾਂ ਨਾਲ, ਬੜੇ ਤਰੀਕੇ ਨੇ ਮਾਇਆ ਨੂੰ ਛੁਪਾਉਣ ਦੇ, ਪਰ ਜਦੋਂ ਉਸ ਦਾ ਫਲ ਮਿਲਣਾ ਹੈ ਉਹਨੂੰ ਕਿੱਥੋਂ ਛੁਪਾਵਾਂਗੇ? ਰੱਬ ਤੇ ਵੇਖ ਰਿਹਾ ਹੈ ਨਾ। ਡਰੀਏ ਭੁੱਲ ਕੇ ਵੀ ਕਦੇ ਮਹਾਰਾਜ ਜੀ ਦੇ ਗੁਰੂ ਕੇ ਪਿਆਰਿਓ ਲੰਗਰ ਦੀ ਮਹਾਰਾਜ ਦੀ ਗੋਲਕ ਦੀ ਮਾਇਆ ਨੂੰ ਕਦੇ ਵੀ ਇਸ ਤਰ੍ਹਾਂ ਆਪਣੇ ਖਿੱਤਾਂ ਲਈ ਵਰਤ ਕੇ ਨੁਕਸਾਨ ਨਾ ਕਰਾਈਏ। ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣ। ਤੋਂ ਗੱਲ ਕੀ, ਬਾਬਾ ਨਿਧਾਨ ਸਿੰਘ ਸਾਹਿਬ ਜੀ 4 ਅਗਸਤ 1947 ਨੂੰ ਆਪਣਾ ਚੋਲਾ ਬਦਲ ਜਾਂਦੇ ਨੇ, ਸਰੀਰ ਕਰਕੇ ਚਲੇ ਗਏ, ਪਰ ਉਹਨਾਂ ਦੀ ਕਾਲ ਕਮਾਈ ਸਦਾ ਸਦਾ ਲਈ ਸਾਡੇ ਵਿੱਚ ਬਿਰਾਜਮਾਨ ਹੈ। ਸਾਨੂੰ ਚੇਤਾ ਕਰਾ ਰਹੀ ਹੈ ਜਿਹੜਾ ਉਹਦਾ ਹੋ ਜਾਵੇ। ਸਤਿਗੁਰੂ ਆਪਣੇ ਖਜ਼ਾਨਿਆਂ ਦੀਆਂ ਚਾਬੀਆਂ ਉਹਨਾਂ ਨੂੰ ਦੇ ਜਾਂਦੇ ਨੇ। ਜਿਨ੍ਹਾਂ ਕੋਲ ਗੁਰੂ ਕਾ ਖਜ਼ਾਨਾ ਹੋਵੇ, ਨਾ ਸਤਿਗੁਰੂ ਦਾ ਖਜ਼ਾਨਾ ਕਦੇ ਮੁੱਕਣਾ ਤੇ ਨਾ ਸਾਨੂੰ ਕਦੇ ਤੋਟ ਆਉਣੀ। ਖਾਵੇਂ ਖਰਚਾ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਹੋ ਜਾਈ। ਉਹ ਸਦਾ ਹੀ ਵਾਧਾ ਹੈ, ਸਦਾ ਹੀ ਉਹਦੇ ਵਿੱਚ ਬਰਕਤਾਂ ਨੇ। ਇਹੋ ਜਿਹੇ ਸਨ ਸਤਿਕਾਰਯੋਗ ਬਾਬਾ ਨਿਧਾਨ ਸਿੰਘ ਸਾਹਿਬ, ਜਿਨ੍ਹਾਂ ਦੀ ਘਾਲਣਾ ਕਮਾਈ ਨੂੰ ਸਦਾ ਹੀ ਸਾਡੀ ਪ੍ਰਣਾਮ ਹੈ ਜੀ। ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।